निशान रहे, पंत महाराज के झूठे निशान रहे, पंत महाराज के झूठे निशान रहे, पंत महाराज के बोले सो निहाल। सत श्री अकाल। ਅੱਜ ਇੱਥੇ ਦਲ ਖਾਲਸਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਰਕਾਰੇ ਖਾਲਸਾ ਦਾ ਝੰਡਾ ਝੁਲਾਇਆ ਗਿਆ ਆ। ਇੱਥੇ ਦੋ ਝੰਡੇ ਝੁਲਾਏ ਗਏ ਨੇ, ਸਾਡੇ ਪਿੱਛੇ ਤੁਸੀਂ ਵੇਖ ਸਕਦੇ ਹੋ। ਇੱਕ ਪੁਰਾਤਨ ਝੰਡਾ ਜਿਹੜਾ ਸਰਕਾਰੇ ਖਾਲਸਾ ਦਾ, ਔਰ ਦੂਸਰਾ ਝੰਡਾ ਜਿਹੜਾ ਆ ਹੋ ਸਕਦਾ ਕਈਆਂ ਨੇ
ਪਹਿਲੀ ਵਾਰ ਵੇਖਿਆ ਹੋਵੇ, ਬਟ ਇਹ ਪਿਛਲੇ ਲੰਬੇ ਸਮੇਂ ਤੋਂ ਦਲ ਖਾਲਸਾ ਇਸ ਝੰਡੇ ਨੂੰ ਵੀ ਚਲਾਉਂਦਾ ਆ ਰਿਹਾ ਹੈ। ਇਹ ਮੌਜੂਦਾ ਸੰਘਰਸ਼ ਨੂੰ ਸਮਰਪਿਤ ਇੱਕ ਝੰਡਾ ਜਿਹੜਾ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨੂੰ ਪ੍ਰਵਾਨਿਤ ਅਜੇ ਕੌਮ ਨੇ ਕਰਨਾ ਹੈ, ਪਰ ਇਹ ਪ੍ਰਪੋਜ਼ਡ ਝੰਡਾ ਹੈ। ਸੋ ਇਹ ਇੱਕ ਕੰਟੀਨਿਊਟੀ ਦਰਸਾਉਂਦਾ ਹੈ ਕਿ ਜਿਹੜਾ ਸਰਕਾਰੇ ਖਾਲਸਾ ਦਾ ਰਾਜ ਹੀ, ਉਹ ਰਾਜ ਦੀ ਪ੍ਰਾਪਤੀ ਦੇ ਲਈ ਅੱਜ ਵੀ ਸਿੱਖ ਕੌਮ ਦਾ ਸੰਘਰਸ਼ ਜਾਰੀ ਆ। ਝੰਡੇ ਬਦਲੇ ਨੇ, ਨਾਮ ਬਦਲੇ ਨੇ, ਮਗਰ ਸੋਚ ਤੇ ਭਾਵਨਾ ਸਾਡੀ ਇੱਕੋ ਹੀ ਆ। ਸੰਘਰਸ਼ ਜਿਹੜਾ ਸਰਕਾਰੇ ਖਾਲਸਾ ਦੇ ਦੌਰਾਨ ਜਿਹੜਾ ਇਹ ਉਵੇਂ ਦਾ ਹੀ ਸੰਘਰਸ਼ ਸਾਡਾ ਅੱਜ ਵੀ ਚੱਲਦਾ ਪਿਆ। ਉਹਨੂੰ ਤੁਸੀਂ ਸਰਕਾਰੇ ਖਾਲਸਾ ਕਹਿ ਲਓ, ਸਿੱਖ ਰਾਜ ਕਹਿ ਲਓ, ਚਾਹੇ ਮੌਜੂਦਾ ਸਮੇਂ ਦੇ ਵਿੱਚ ਆਜ਼ਾਦ ਪੰਜਾਬ ਜਾਂ ਸਿੱਧਾ ਖਾਲਿਸਤਾਨ ਕਹਿ ਲਓ, ਸਾਰਿਆਂ ਦੇ ਮਗਰ ਕੰਮ ਕਰਦੀ ਸੋਚ ਤੇ ਭਾਵਨਾ ਇੱਕ ਆ। ਸੋ ਇੱਥੇ ਝੰਡਿਆਂ ਨੂੰ ਅਸੀਂ ਸਲਾਮੀ ਦੇ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਆ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਆ, ਇੱਕ ਪ੍ਰਭੂ ਸੱਤਾ ਸੰਪੰਨ ਪੂਰਾ ਨੇਸ਼ਨ ਆ, ਔਰ ਇਸ ਨੂੰ ਭਾਰਤ ਦੀ ਗੁਲਾਮੀ ਜਿਹੜੀ ਆ ਸਵੀਕਾਰ ਨਹੀਂ ਗੀ। ਅਸੀਂ ਆਜ਼ਾਦੀ ਦਾ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਜਿਹੜਾ ਇਹ ਸ਼੍ਰੀ ਅਨੰਦਪੁਰ ਸਾਹਿਬ ਦੇ ਐਂਟਰੀ ਪੁਆਇੰਟਾਂ ਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਹੈ, ਤੁਸੀਂ ਇਸ ਚੀਜ਼ ਨੂੰ ਕਿਸ ਹਿਸਾਬ ਨਾਲ ਦੇਖ ਰਹੇ ਹੋ? ਲੋਕਾਂ ਦੇ ਅੰਦਰ ਟੈਰਰ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ ਹੈ। ਇਸ ਬਾਰੇ ਅਸੀਂ ਪਹਿਲਾਂ ਵੀ ਬੋਲ ਚੁੱਕੇ ਹਾਂ। ਚਾਹੇ ਦਿੱਲੀ ਦੀਆਂ ਫੌਜਾਂ ਸਿੱਧੀਆਂ ਆਈਆਂ ਤੇ ਚਾਹੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ, ਇਹ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦਾ ਜਿਹੜਾ ਹੈ ਉਹ ਕੰਮ ਕਰਦੀਆਂ ਪਈਆਂ ਨੇ। ਪਰ ਇੱਥੇ ਅਸੀਂ ਇਕੱਠੇ ਹੋ ਕੇ ਇਹੀ ਸੁਨੇਹਾ ਦਿੱਤਾ ਹੈ ਕਿ ਨਾ ਤਾਂ ਅਸੀਂ ਤੁਹਾਡੀਆਂ ਹਥਿਆਰਬੰਦ ਫੋਰਸਾਂ ਤੋਂ ਡਰਨ ਵਾਲੇ ਹਾਂ, ਤੇ ਨਾ ਹੀ ਤੁਹਾਡੇ ਦੇ ਨਾਲ ਸਾਡੇ ਜਿਹੜੇ ਹੌਸਲੇ ਆ ਪਸਤ ਹੋਣ ਵਾਲੇ ਆ। ਆਜ਼ਾਦੀ ਦਾ ਸੰਘਰਸ਼ ਸਾਡਾ ਜਾਰੀ ਰਹੇਗਾ। ਭਗਵੰਤ ਮਾਨ ਇੱਕ ਕਮਜ਼ੋਰ ਤੇ ਨਖਿੱਧ ਸੀਐਮ ਸਾਬਤ ਹੋਏ ਨੇ, ਜਿਨ੍ਹਾਂ ਨੇ ਆਪਣੇ ਘੁਟਨੇ ਜਿਹੜੇ ਆ ਦਿੱਲੀ ਤੱਕ ਪੂਰੀ ਤਰ੍ਹਾਂ ਟੇਕ ਦਿੱਤੇ ਨੇ। ਨਾ ਇਹਨਾਂ ਦੇ ਕੋਲੋਂ ਪ੍ਰਸ਼ਾਸਨ ਸੰਭਲਿਆ, ਨਾ ਇਹਨਾਂ ਦੇ ਕੋਲੋਂ ਸਰਕਾਰ ਸੰਭਲੀ ਆ। ਸੋ ਜਿਹੜੀਆਂ ਇਹ ਤਲਾਸ਼ੀਆਂ ਹੋ ਰਹੀਆਂ ਨੇ, ਭਗਵੰਤ ਮਾਨ ਦੀ ਨਲਾਇਕੀ ਦਾ ਹੀ ਇੱਕ ਕਾਰਨ ਨੇ। ਔਰ ਫਿਰ ਮੈਂ ਰਿਪੀਟ ਕਰ ਰਿਹਾ, ਇਹ ਲੋਕਾਂ ਨੂੰ ਡਰਾਉਣ ਦਾ, ਉਹਨਾਂ ਦੇ ਅੰਦਰ ਦਹਿਸ਼ਤ ਪੈਦਾ ਕਰਨ ਦਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ। ਸੋ ਲੋਕ ਉਹਦਾ ਜਵਾਬ ਦੇਣ ਦੇ ਲਈ ਇੱਥੇ ਵੀ ਇਕੱਤਰ ਹੋਏ ਨੇ। ਕੱਲ੍ਹ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣਗੇ ਲੋਕ। ਜੇ ਆਪਾਂ ਗੱਲ ਕਰੀਏ, ਇਹ ਵੀ ਰਿਆਸ ਲਾਏ ਜਾ ਰਹੇ ਕਿ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ, ਉਹ ਤਖਤਾਂ ਤੇ ਕਿਤੇ ਵੀ ਥਾਂ ਜਾ ਕੇ ਜਿਹੜੇ ਆਪਣਾ ਸਰੈਂਡਰ ਕਰ ਸਕਦੇ ਆ, ਜਿਹਨੂੰ ਲੈ ਕੇ ਪ੍ਰਬੰਧ ਕੀਤੇ ਗਏ। ਇਹ ਉਹਨਾਂ ਦੀ ਮਰਜ਼ੀ ਹੈ ਜੀ, ਉਹਨਾਂ ਨੇ ਕਿੱਥੇ ਕਰਨਾ ਨਹੀਂ ਕਰਨਾ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਪਰ ਇੱਕ ਬੰਦੇ ਦੇ ਤੌਰ ਤੇ, ਇੱਕ ਬੰਦੇ ਦੇ ਕਰਕੇ ਬਾਕੀ ਸਾਰੀ ਕੌਮ ਨੂੰ ਜਾਂ ਬਾਕੀ ਸਾਰੇ ਪੰਜਾਬ ਨੂੰ ਟੈਰਰਾਈਜ਼ ਨਹੀਂ ਕੀਤਾ ਜਾ ਸਕਦਾ। ਥੈਂਕ ਯੂ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ 13 ਅਪ੍ਰੈਲ ਹੈ ਤੇ 45 ਵਰ੍ਹੇ ਪਹਿਲਾਂ ਅੱਜ ਦੇ ਦਿਨ 13 ਅਪ੍ਰੈਲ ਵਾਲੇ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਨਕਲੀ ਨਿਰੰਕਾਰੀਆਂ ਹੱਥੋਂ 13 ਸਿੰਘ ਸ਼ਹੀਦ ਹੋਏ ਸੀ। ਅੱਜ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ, ਸ਼ਰਧਾਂਜਲੀ ਦੇਣ ਲਈ, ਉਹਨਾਂ ਨੂੰ ਯਾਦ ਕਰਨ ਲਈ, ਤੇ ਉਹਨਾਂ ਨੇ ਜਿਹੜਾ ਸਾਨੂੰ ਆਦਰਸ਼ ਦਿੱਤਾ, ਜਿਹੜਾ ਰਸਤਾ ਦਿਖਾਇਆ ਆਪਣੀਆਂ ਸ਼ਹਾਦਤਾਂ ਦੇ ਕੇ, ਉਸ ਉੱਤੇ ਚੱਲਣ ਲਈ, ਆਪਣੇ ਆਪ ਨੂੰ ਮੁੜ ਕਮਿਟ ਕਰਨ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ। ਕਾਨਫਰੰਸ ਤੋਂ ਪਹਿਲਾਂ ਅਸੀਂ ਸਰਕਾਰੇ ਖਾਲਸਾ, ਜਿਹੜਾ ਸਿੱਖ ਐਂਪਰਰ ਮਹਾਰਾਜਾ ਰਣਜੀਤ ਸਿੰਘ ਦਾ ਤੇ ਰਾਜਕਾਲ ਦਾ ਜਿਹੜਾ ਸਰਕਾਰੇ ਖਾਲਸਾ ਪਰਚਮ ਸੀ, ਉਸ ਨੂੰ ਲਹਿਰਾ ਕੇ ਦੇਸ਼ ਬਾਬਰ ਮੋਹੇ ਹੈ ਦਾ ਸ਼ਬਦ ਗਾਇਨ ਕਰਕੇ ਅਤੇ 5 ਸਿੰਘਾਂ ਨੇ ਸ੍ਰੀ ਸਾਹਿਬ ਦੇ ਨਾਲ ਉਹਨਾਂ ਨੂੰ ਸਲਾਮੀ ਦਿੱਤੀ। ਇਹ ਸਾਰਾ ਜਿਹੜਾ ਸਾਡਾ ਕਾਰਜ ਸੀ, ਇਹ ਸਿੱਖ ਕੌਮ ਦੀ ਵਿਲੱਖਣ ਹੋਂਦ ਹਸਤੀ ਅਤੇ ਸਿੱਖ ਕੌਮ ਦੀਆਂ ਜਿਹੜੀਆਂ ਪ੍ਰਭੂ ਸੱਤਾ ਸੰਪੰਨ ਰਾਜ ਭਾਗ ਦੀਆਂ ਇੱਛਾਵਾਂ ਅਤੇ ਜਜ਼ਬੇ ਹਨ, ਉਹਨਾਂ ਦਾ ਪ੍ਰਗਟਾਵਾ ਸੀ। ਜਿੱਥੇ ਅਸੀਂ ਸਿੱਖ ਰਾਜ ਦੇ ਪਰਚਮ ਨੂੰ ਲਹਿਰਾਇਆ, ਉੱਥੇ ਨਾਲ ਦੇ ਨਾਲ ਆਪਣੇ ਆਪ ਨੂੰ ਵਚਨਬੱਧ ਕੀਤਾ, ਕਮਿਟ ਕੀਤਾ ਕਿ ਉਹ ਰਾਜ ਅਸੀਂ ਮੁੜ ਇਸ ਧਰਤੀ ਤੇ ਸਥਾਪਿਤ ਕਰਨਾ ਹੈ। 1849 ਦੇ ਆਸ-ਪਾਸ ਜਾਂ ਉਸ ਵੇਲੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਵੈ ਸਿੱਖ ਸ਼ਾਸਨ ਸੀ, ਉਸ ਨੂੰ ਗ੍ਰਹਿਣ ਲੱਗਾ ਤੇ ਅੱਜ ਝੰਡਾ ਚੜਾ ਕੇ, ਜਾਂ ਜਿਹੜਾ ਪਿਛਲੇ 40 ਸਾਲ ਦਾ ਸਾਡਾ ਸਿੱਖ ਸੰਘਰਸ਼ ਹੈ, ਇਹ ਆਪਣੀ ਕੌਮ ਨੂੰ ਤੇ ਉਹਨਾਂ ਲੋਕਾਂ ਨੂੰ ਦੱਸਣ ਲਈ ਹੈ ਕਿ ਗ੍ਰਹਿਣ ਬਹੁਤੀ ਦੇਰ ਲੱਗਾ ਨਹੀਂ ਰਹਿਣਾ। ਇਹ ਰਾਜ ਭਾਗ ਸਾਡੀ ਕੌਮ ਨੇ ਦੁਬਾਰਾ ਮੁੜ ਹਾਸਲ ਕਰਨਾ ਤੇ ਸਥਾਪਿਤ ਕਰਨਾ, ਤੇ ਉਸੇ ਦੀ ਕੰਟੀਨਿਊਟੀ ਦੇ ਵਿੱਚ ਅੱਜ ਅਸੀਂ ਇੱਥੇ ਬੈਠੇ ਹਾਂ।
ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਚੇਤੇ ਕਰ ਰਹੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਉਹਨਾਂ ਬੰਦੀ ਸਿੰਘਾਂ ਨੂੰ ਸਤਿਕਾਰ ਤੇ ਚੇਤੇ ਕਰ ਰਹੇ ਹਾਂ ਜਿਹੜਾ ਲੰਮੇ ਸਮੇਂ ਤੋਂ ਅੰਦਰ ਨੇ ਤੇ ਜੱਗੀ ਜੌਲ ਵਰਗੇ ਹੁਣ ਤੱਕ ਕੌਮ ਦੀ ਸੇਵਾ ਨਿਭਾਉਂਦੇ ਹੋਏ ਅੰਦਰ ਗਏ ਨੇ। ਪਿਛਲੇ ਸਾਲ ਸੰਦੀਪ ਸਿੰਘ ਸਨੀ ਨਾਂ ਦਾ ਨੌਜਵਾਨ ਵੀ ਇਸੇ ਰਾਹ ਤੇ ਚੱਲਦਾ ਹੋਇਆ ਅੱਜ ਬੰਦੀ ਸਿੰਘ ਬਣਿਆ ਹੋਇਆ ਹੈ। ਅਸੀਂ ਉਹਨਾਂ ਆਪਣੇ ਜੁਝਾਰੂਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਹੜੇ ਇਹਨਾਂ ਰਾਹਾਂ ਤੇ ਚੱਲਦੇ ਹੋਏ ਜਲਾਵਤਨ ਹੋ ਗਏ ਨੇ ਜਾਂ ਉਹਨਾਂ ਨੂੰ ਜਲਾਵਤਨ ਹੋਣਾ ਪਿਆ। ਸੋ ਜਦੋਂ ਅਸੀਂ ਅੱਜ ਇੱਥੇ ਇਕੱਤਰ ਹਾਂ ਤੇ ਅਸੀਂ ਇਹ ਗੱਲ ਆਪਣੀ ਵਚਨਬੱਧਤਾ ਜਿਸ ਮੌਕੇ ਤੇ ਦੁਹਰਾ ਰਹੇ ਹਾਂ ਉਹ ਮੌਕਾ ਉਹ ਹੈ ਸਾਡੀ ਕੌਮ ਦੇ ਸਾਹਮਣੇ ਜਦੋਂ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਸਾਡੀ ਕੌਮ ਤੇ ਇੱਕ ਦਮਨ ਚੱਕਰ ਚਲਾਇਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਿਛਲੇ 18 ਮਾਰਚ ਤੋਂ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਕ੍ਰੈਕਡਾਊਨ ਹੋਇਆ, ਉਸ ਤੋਂ ਬਾਅਦ ਕੁਝ ਸਿੱਖ ਨੌਜਵਾਨਾਂ ਦੇ ਉੱਤੇ NSA ਲਗਾ ਕੇ ਉਹਨਾਂ ਨੂੰ ਅਸਾਮ ਦੀ ਜੇਲ੍ਹ 'ਚ ਭੇਜਿਆ। ਬਹੁਤ ਸਾਰੇ ਸੈਂਕੜੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਪੁਲਿਸ ਕ੍ਰੈਕਡਾਊਨ ਦੇ ਖਿਲਾਫ ਪ੍ਰੋਟੈਸਟ ਕੀਤਾ ਉਹਨਾਂ ਨੂੰ 57 ਜੇਲ੍ਹਾਂ 'ਚ ਸੁੱਟਿਆ ਗਿਆ। ਜਿਹੜੇ 57 ਗਏ ਉਹ ਬਾਹਰ ਆ ਗਏ, ਪਰ NSA ਵਾਲੇ ਅੱਜ ਵੀ ਅੰਦਰ ਨੇ। ਔਰ ਜਿਹੜਾ ਇਹ ਦਮਨ ਚੱਕਰ ਹੈ, ਜਿਹੜਾ ਇੱਕ ਡਰ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ, ਉਹ ਵੀ ਕੰਟੀਨਿਊ ਹੈ। ਔਰ ਇਹ 2024 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਆਰੰਭਿਆ ਗਿਆ ਔਰ 2024 ਦੀਆਂ ਚੋਣਾਂ ਤੱਕ ਇਹ ਜਾਰੀ ਰਹੇਗਾ। ਔਰ ਬਹੁਤ ਸਾਰੇ ਸਟੰਟ, ਬਹੁਤ ਸਾਰੇ ਅਚੰਭੇ ਜਿਹੜੇ ਸਰਕਾਰ ਦੇ ਹੱਥਕੰਡੇ ਨੇ ਉਹ ਸਾਨੂੰ ਹੋਰ ਵੀ ਦੇਖਣ ਨੂੰ ਮਿਲਣਗੇ। ਇਹ ਗੱਲ ਇੱਥੇ ਮੁੱਕੀ ਨਹੀਂ ਹੈ। 13 ਤੇ 14 ਦੀ ਵਿਸਾਖੀ ਦੇ ਮੌਕੇ ਤੱਕ ਕੇਸਗੜ੍ਹ ਸਾਹਿਬ ਤੱਕ ਦਮਦਮਾ ਸਾਹਿਬ ਦੇ ਸੰਗਤਾਂ ਜੁੜਦੀਆਂ ਨੇ ਤੇ ਪਿਛਲੇ 2 ਦਿਨ ਤੋਂ ਸਰਕਾਰ ਨੇ ਫਲੈਗ ਮਾਰਚ ਕਰਕੇ ਪੁਲਿਸ ਦੀ ਜਿਹੜੀ ਸੈਂਟਰਲ ਫੋਰਸਿਸ ਆਈਆਂ ਨੇ ਉਹਨਾਂ ਦੀਆਂ ਪਰੇਡਾਂ ਕਰਾ ਕੇ ਥਾਂ ਥਾਂ ਤੇ ਤਖਤਾਂ ਦੇ ਆਲੇ ਦੁਆਲੇ ਆਪਣੇ ਉਸ ਡਰ ਨੂੰ ਹੋਰ ਪੱਕਿਆਂ ਕੀਤਾ। ਔਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਕੱਲ ਦੁਪਹਿਰ ਤੋਂ ਲੈ ਕੇ ਹੁਣ ਤੱਕ ਸਵੇਰ ਤੱਕ ਆਉਣ ਤੱਕ ਬਹੁਤ ਸਾਰੇ ਉਹਨਾਂ ਨੌਜਵਾਨਾਂ ਦੇ ਫੋਨ ਆਏ ਨੇ ਜਿਨ੍ਹਾਂ ਨੇ ਸਾਡੇ ਨਾਲ ਇੱਥੇ ਆਉਣਾ ਸੀ ਤੇ ਉਹਨਾਂ ਨੂੰ ਪੁਲਿਸ ਨੇ ਇਹ ਕਹਿ ਕੇ ਡੱਕ ਦਿੱਤਾ ਕਿ ਤੁਸੀਂ ਨਹੀਂ ਜਾਣਾ। ਇੰਪੋਰਟੈਂਟ ਹੈ, ਕ੍ਰੂਸ਼ਲ ਹੈ ਔਰ ਸਾਨੂੰ ਸਾਰਿਆਂ ਨੂੰ ਇਸ ਵੇਲੇ ਪਹਿਲੇ ਨਾਲੋਂ ਜ਼ਿਆਦਾ ਪ੍ਰੋਐਕਟਿਵ ਹੋ ਕੇ ਆਪਣਾ ਰੋਲ, ਆਪਣੀ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਧਰਤੀ ਤੇ ਇਕੱਤਰ ਹੋਏ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਪਾਣੀਆਂ ਦੇ ਕਰਕੇ ਜਾਣਿਆ ਜਾਂਦਾ ਹੈ ਔਰ ਜਿਸ ਧਰਤੀ ਦੇ ਉੱਤੇ ਤੁਸੀਂ ਬੈਠੇ ਹੋ ਇਹਦਾ ਵੀ ਤੁਸੀਂ ਜਿਹੜਾ ਮੁੱਢ ਵੱਜਾ ਵੇਖੋ, ਇਹ ਪਾਣੀਆਂ ਦੇ ਕੰਢੇ ਤੇ। ਜਿੰਨੇ ਗੁਰੂ ਮਹਾਰਾਜ ਨੇ ਸ਼ਹਿਰ ਵਸਾਏ, ਜਿੰਨੇ ਵੀ ਨਗਰ ਵਸਾਏ, ਉਹ ਪਾਣੀਆਂ ਦੇ ਕੰਢੇ ਤੇ ਨੇ। ਇਹ ਜਿੱਥੇ ਪਾਣੀਆਂ ਦੇ ਕੰਢੇ ਤੇ ਨਾ ਵੀ ਵਸੇ ਹੋਣ, ਦਰਿਆਵਾਂ ਦੇ ਕੰਢੇ ਤੇ ਨਾ ਵਸੇ ਹੋਣ, ਤੇ ਜੇ ਉਵੇਂ ਕਿਸੇ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਗਏ ਨੇ ਤੇ ਉੱਥੇ ਜਾ ਕੇ ਜਲ ਦਾ ਸਰੋਤ ਕੋਈ ਨਾ ਕੋਈ ਜ਼ਰੂਰ ਪ੍ਰਗਟ ਕੀਤਾ। ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਪਾਣੀਆਂ ਤੋਂ ਬਿਨਾਂ ਜਿਉਂਦਾ ਨਹੀਂ ਰਹਿਣਾ ਤੇ ਨਾ ਹੀ ਮਨੁੱਖਤਾ ਜਿਉਂਦੀ ਰਹਿਣੀ ਹੈ ਤੇ ਨਾ ਹੀ ਸਿੱਖੀ ਜਿਉਂਦੀ ਰਹਿਣੀ ਹੈ ਤੇ ਨਾ ਹੀ ਸਿੱਖ ਜਿਉਂਦੇ ਰਹਿਣੇ। ਸੋ ਸਾਡੀ ਲੜਾਈ, ਸਾਡੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਪਾਣੀਆਂ ਦੇ ਉੱਤੇ ਵੀ ਹੋਣੀ ਚਾਹੀਦੀ ਹੈ। ਪਰ ਜਿਹੜਾ ਮੌਜੂਦਾ ਸਾਡਾ ਹਾਲਾਤ ਬਣ ਗਿਆ ਉਹ ਇਹ ਆ ਕਿ ਪਾਣੀ ਸਾਡੇ ਨੇ, ਹੱਕ ਸਾਡਾ ਆ ਤੇ ਇਹ ਤੇ ਗਲਬਾ ਕਿਸੇ ਹੋਰ ਦਾ ਆ। ਜਦ ਸਿੱਧਾ ਕਹਿਣਾ ਹੋਵੇ ਤੇ ਗਲਬਾ ਇਹ ਤੇ ਦਿੱਲੀ ਦਾ ਆ। ਪੰਜਾਬ ਦੇ ਪਾਣੀ, ਪੰਜਾਬ ਦੀ ਜ਼ਮੀਨ, ਪੰਜਾਬ ਦੀ ਜਾਇਦਾਦ, ਪੰਜਾਬ ਦਾ ਟੈਕਸ, ਇਹ ਸਾਰੇ ਕੁਝ ਦੇ ਤੇ ਗਲਬਾ ਹੁਣ ਜੇ ਪਾ ਕੇ ਕੋਈ ਬੈਠਾ ਹੈ ਤੇ ਦਿੱਲੀ ਆ। ਸੋ ਦਿੱਲੀ ਤੋਂ ਜੇ ਆਜ਼ਾਦੀ ਲੈਣੀ ਆ, ਜੇ ਪਾਣੀ ਬਚਾਉਣੇ ਨੇ ਤੇ ਆਜ਼ਾਦੀ ਲੈਣੀ ਪੈਣੀ, ਜੇ ਜ਼ਮੀਨ ਬਚਾਉਣੀ ਆ ਤੇ ਆਜ਼ਾਦੀ ਲੈਣੀ ਪੈਣੀ, ਜੇ ਆਪਣੀ ਸੋਚ ਬਚਾਉਣੀ ਆ ਤੇ ਆਜ਼ਾਦੀ ਲੈਣੀ ਪੈਣੀ, ਜੇ ਸਿੱਖੀ ਬਚਾਉਣੀ ਆ ਤੇ ਆਜ਼ਾਦੀ ਲੈਣੀ ਪੈਣੀ। ਇਹ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਜਦੋਂ ਆਜ਼ਾਦੀ ਦੀ ਗੱਲ ਕਰਦੇ ਆ, ਆਜ਼ਾਦ ਹੋਣ ਦੀ ਗੱਲ ਕਰਦੇ ਆ, ਤੇ ਬਹੁਤ ਸਾਰੇ ਰਸਤੇ ਸਾਡੇ ਸਾਹਮਣੇ ਖੁੱਲ ਜਾਂਦੇ ਨੇ ਕਿ ਆਜ਼ਾਦੀ ਲੈਣੀ ਕਿਵੇਂ। ਉਹਦੇ ਵਿੱਚੋਂ ਇੱਕ ਰਸਤਾ ਹੁੰਦਾ ਰੈਫਰੈਂਡਮ, ਜਿਹਦੀ ਗੱਲ ਅਸੀਂ 26 ਜਨਵਰੀ ਨੂੰ ਵੀ ਕੀਤੀ ਸੀ ਤੇ ਉਸ ਤੋਂ ਪਹਿਲਾਂ ਵੀ ਆਪਣੇ ਗੱਲਾਂ ਬਾਤਾਂ ਦੇ ਵਿੱਚ ਕਰਦੇ ਆਏ ਕਿ ਪੰਜਾਬ ਨੂੰ ਰੈਫਰੈਂਡਮ ਮਿਲਣਾ ਚਾਹੀਦਾ ਹੈ।
ਪੰਜਾਬ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਰੈਫਰੈਂਡਮ ਮਿਲੇ। ਔਰ ਉਹਦੇ ਵਿੱਚ ਅਸੀਂ ਇੱਕ ਜਿਹੜੀ ਬਰੀਕੀ ਦੀ ਗੱਲ ਕਰਦੇ ਹਾਂ ਉਹ ਇਹ ਆ ਕਿ UN ਦੇ ਅਧੀਨ ਹੋਵੇ। UN ਦਾ ਮਤਲਬ ਜਿਹੜਾ ਸੰਯੁਕਤ ਰਾਸ਼ਟਰ ਆ, ਉਹ ਇਸ ਕਰਕੇ ਕਹਿੰਦੇ ਆ ਕਿ ਉਸ ਤੋਂ ਬਿਨਾਂ ਸਾਨੂੰ ਦੁਨੀਆ ਦੀ ਮਾਨਤਾ ਤੋਂ ਬਿਨਾਂ ਜਿਹੜਾ ਕੋਈ ਵੀ ਮੁਲਕ ਬਣਦਾ ਆ ਉਹਦਾ ਕੋਈ ਹਾਲਾਤ ਨਹੀਂ ਰਹਿੰਦੇ। ਸੋ ਦੁਨੀਆ ਦੀ ਮਾਨਤਾ ਜੇ ਮਿਲਣੀ ਆ ਤੇ ਉਹ UN ਦੇ ਰਾਹੀਂ ਮਿਲਣੀ ਹੈ। ਸੋ UN ਜਿਹੜੀ ਆ ਉਹ ਆਪਣੇ ਆਪ ਦੇ ਜੋ ਮੁਲਕਾਂ ਦਾ ਸਮੂਹ ਆ। ਇਹਦਾ ਮਤਲਬ ਇਹ ਆ ਕਿ ਜਿੱਦਣ UN ਕਰਾਏਗਾ ਉਦਣ ਜੋ ਵੀ ਨਤੀਜਾ ਨਿਕਲੇਗਾ ਉਹਨੂੰ ਮਾਨਤਾ ਮਿਲੇਗੀ। ਜੇ ਲੋਕ ਵੋਟਾਂ ਪਾਉਣਗੇ ਕਿ ਖਾਲਿਸਤਾਨ ਬਣਨਾ ਚਾਹੀਦਾ ਆ ਤਾਂ ਉਹਨੂੰ ਦੁਨੀਆ ਮਾਨਤਾ ਦੇਵੇਗੀ। ਇਹ ਮਤਲਬ ਹੁੰਦਾ ਹੈ UN ਦਾ ਕਿ ਜੇ UN ਵਿੱਚ ਇੰਟਰਵੀਨ ਕਰੇ ਤੇ ਉਹ ਕਰਾਵੇ। ਤੇ ਹੁਣ UN ਇੰਡੀਆ ਦੇ ਕੋਲੋਂ ਕਰਾਏਗਾ ਕਿਉਂ? UN ਕੋਈ ਸਾਡੇ ਤੁਹਾਡੇ ਵਰਗੇ ਇੱਕ ਦੋ ਬੰਦਿਆਂ ਦੀ ਸੰਸਥਾ ਤੇ ਹੈ ਨਹੀਂ, ਇਹ ਮੁਲਕਾਂ ਦਾ ਸਮੂਹ ਆ। ਤੇ ਮੁਲਕਾਂ ਦਾ ਸਮੂਹ ਦਾ ਮਤਲਬ ਕਿ ਕੋਈ ਨਾ ਕੋਈ ਮੁਲਕ ਸਾਡੀ ਪਿੱਠ ਦੇ ਉੱਤੇ ਖੜੇ, ਕੋਈ ਨਾ ਕੋਈ ਮੁਲਕ ਸਾਡੀ ਆਜ਼ਾਦੀ ਦੀ ਗੱਲ ਉਸ ਟੇਬਲ ਦੇ ਉੱਤੇ ਰੱਖੇ ਕਿ ਭਾਈ ਇਸ ਸੂਬੇ ਨੂੰ, ਇਹਨਾਂ ਲੋਕਾਂ ਨੂੰ ਆਜ਼ਾਦੀ ਚਾਹੀਦੀ ਆ ਤੇ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ। ਉਹਦੇ ਲਈ ਕੋਈ ਨਾ ਕੋਈ ਤਾਕਤਵਰ ਮੁਲਕ ਸਾਡੇ ਮਗਰ ਜ਼ਰੂਰ ਖਲੋਣਾ ਚਾਹੀਦਾ, ਚਾਹੇ ਉਹ ਅਮਰੀਕਾ ਖਲੋਵੇ, ਚਾਹੇ ਇੰਗਲੈਂਡ ਖਲੋਵੇ, ਚਾਹੇ ਕੈਨੇਡਾ ਖਲੋਵੇ, ਜਿਹੜਾ ਮਰਜ਼ੀ ਖਲੋਵੇ, ਚਾਹੇ ਜਰਮਨ ਖਲੋਵੇ। ਕੋਈ ਨਾ ਕੋਈ ਮੁਲਕ ਸਾਡੀ ਪਿੱਠ ਦੇ ਉੱਤੇ ਖਲੋਣਾ ਚਾਹੀਦਾ। ਪਰ ਉਹ ਪਿੱਠ ਦੇ ਉੱਤੇ ਖਲੋਣਗੇ ਕਦੋਂ? ਅਗਲਾ ਸਵਾਲ ਇਹ ਆ ਜਾਂਦਾ। ਹੁਣ ਕੋਈ ਬੰਦਾ ਆਪਣੇ ਘਰ ਦੇ ਵਿੱਚ ਸੁਖੀ ਸਾਂਦੀ ਵਸਣ ਡਿਆ ਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਗਈ, ਤੀਜੇ ਗਵਾਂਢੀ ਨੂੰ ਕੀ ਜ਼ਰੂਰਤ ਪਈ ਹੈ ਕਿ ਵਿੱਚ ਆ ਕੇ ਕੁੱਦ ਕੇ ਕਹਿਣ ਦੀ ਕਿ ਭਾਈ ਆਪਣੇ ਮਸਲੇ ਹੱਲ ਕਰੋ। ਜਦੋਂ ਤੱਕ ਅਸੀਂ ਨਹੀਂ ਆਪਣਾ ਦਰਦ ਬਿਆਨ ਕਰਦੇ, ਅਸੀਂ ਨਹੀਂ ਘਰਾਂ ਚੋਂ ਨਿਕਲਦੇ, ਉਹਨਾਂ ਚਿਰ ਤੱਕ ਕਿਸੇ ਮੁਲਕ ਨੇ ਵੀ ਸਾਡੇ ਮਗਰ ਨਹੀਂ ਖਲੋਣਾ। ਪਹਿਲੀ ਡਿਊਟੀ ਸਾਡੀ ਆ, ਨਾ ਕਿ ਪਹਿਲੀ ਉਹਨਾਂ ਮੁਲਕਾਂ ਦੀ ਕਿ ਉਹ ਸਾਡੇ ਲਈ ਆਵਾਜ਼ ਬੁਲੰਦ ਕਰਨ। ਇੱਥੇ ਕੰਮ ਉਲਟਾ ਹੋਣ ਲੱਗ ਪੈਂਦਾ ਕਈ ਵਾਰੀ। ਅਸੀਂ ਇੱਥੇ ਕੋਈ ਕੰਮ ਕਰਦੇ ਨਹੀਂ ਆ, ਜ਼ਮੀਨ ਦੇ ਉੱਤੇ ਅਸੀਂ ਘਰਾਂ ਚੋਂ ਨਿਕਲਦੇ ਨਹੀਂ ਆ। ਪੰਜਾਬ ਦੇ ਹੱਕਾਂ ਦੀ ਗੱਲ ਇੱਥੇ ਸਾਡੇ ਕੋਲ ਹੁੰਦੀ ਨਹੀਂ ਗੀ, ਤੇ ਜਿਹੜੀ ਗੱਲ ਕਰਨ ਵਾਲੀ ਆ ਉਹ ਅਸੀਂ ਸਿੱਧੀਆਂ ਫੇਸਬੁੱਕਾਂ ਰਾਹੀਂ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਫਲਾਨਾ ਮੁਲਕ ਸਾਡੀ ਮਦਦ ਕਰੇ। ਕਿਸੇ ਮੁਲਕ ਨੇ ਇਸ ਤਰੀਕੇ ਨਾਲ ਮਦਦ ਨਹੀਂ ਕਰਨੀ। ਪਹਿਲਾਂ ਚੀਕ ਚਿਹਾੜਾ ਆਪ ਪਾਉਣਾ ਪੈਣਾ ਜੇ ਧਰਤੀ ਦੇ ਉੱਤੇ। ਇਹ ਠੀਕ ਉਸੇ ਤਰੀਕੇ ਦੇ ਨਾਲ ਹੀ ਆ। ਤੁਸੀਂ ਵੇਖੋ, ਜੇ ਗਵਾਂਢ ਦੇ ਵਿੱਚ ਵੀ ਦੋ ਟੱਬਰ ਆਪਸ ਵਿੱਚ ਰਹਿ ਰਹੇ ਹੋਣ ਤੇ ਜੇ ਪਿਆਰ ਨਾਲ ਰਹੀ ਜਾਣ, ਇੱਕ ਦੂਜੇ ਨੂੰ ਮਾੜਾ ਮੋਟਾ ਬੋਲੀ ਜਾਣ, ਤੇ ਤੀਜਾ ਗਵਾਂਢੀ ਆ ਕੇ ਕੁਝ ਨਹੀਂ ਵਿੱਚ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੀ ਕਰ ਰਹੇ ਹੋ। ਜਦੋਂ ਇੱਕ ਦੂਸਰੇ ਦੇ ਨਾਲ ਸਿੱਧੇ ਹੋ ਕੇ ਟੱਕਰ ਪੈਂਦੇ ਨੇ, ਫਿਰ ਗਵਾਂਢੀ ਦੀ ਮਜਬੂਰੀ ਬਣ ਜਾਂਦੀ ਹੈ ਵੀ ਉਹਨੇ ਲੜਾਈ ਰੋਕੀ ਜਾਵੇ। ਸੋ ਅਸੀਂ ਤੇ ਸੰਘਰਸ਼ ਦੇ ਰਾਹ ਪੈਣਾ ਆ। ਇਸ ਧਰਤੀ ਦੇ ਉੱਤੇ ਸਾਨੂੰ ਸੰਘਰਸ਼ ਕਰਨਾ ਪੈਣਾ ਆ। ਆਪਣੀ ਗੱਲ ਜਿਹੜੀ ਆ ਉਹ ਠੋਕ ਵਜਾ ਕੇ ਕਹਿਣੀ ਪੈਣੀ ਆ ਕਿ ਭਾਈ ਸਾਨੂੰ ਆਜ਼ਾਦੀ ਚਾਹੀਦੀ ਆ। ਤੇ ਉਹ ਆਜ਼ਾਦੀ ਦੀ ਤਾਂਘ ਨੂੰ ਲੈ ਕੇ ਅੱਜ ਅਸੀਂ ਇੱਥੇ ਇਕੱਤਰ ਹੋਏ ਆ। ਜਿਹੜੀ ਗੱਲ ਸਰਕਾਰੇ ਖਾਲਸਾ ਦੀ ਆ, ਚਾਹੇ ਤੁਸੀਂ ਸਰਕਾਰੇ ਖਾਲਸਾ ਨਾਮ ਲੈ ਲਓ, ਚਾਹੇ ਕੋਈ ਖਾਲਸਾ ਰਾਜ ਕਹਿ ਲਓ, ਚਾਹੇ ਕੋਈ ਆਜ਼ਾਦ ਪੰਜਾਬ ਕਹਿ ਲਓ, ਤੇ ਚਾਹੇ ਕੋਈ ਹਿੱਕ ਠੋਕ ਕੇ ਠੋਕ ਵਜਾ ਕੇ ਖਾਲਿਸਤਾਨ ਕਹਿ ਲਓ, ਗੱਲ ਤਿੰਨਾਂ ਚੌਹਾਂ ਦੀ ਇੱਕੋ ਹੀ ਆ। ਇਹਦੇ ਮਗਰ ਸੋਚ ਤੇ ਭਾਵਨਾ ਇੱਕ ਹੀ ਕੰਮ ਕਰਦੀ ਆ, ਲੋਕਾਂ ਨੂੰ ਬੇਵਕੂਫ ਨਾ ਬਣਾਇਆ ਜਾਵੇ। ਕਈ ਵਾਰੀ ਸਾਡੇ ਲੀਡਰ ਇੰਜ ਕਹਿਣ ਲੱਗ ਪੈਂਦੇ ਆ ਕਿ ਸਰਕਾਰੇ ਖਾਲਸਾ ਦੀ ਜਿਹੜੀ ਗੱਲ ਆ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ। ਕਾਹਦੀ ਬਦਨਾਮੀ ਹੈ? ਖਾਲਿਸਤਾਨ ਕੋਈ ਬਦਨਾਮੀ ਦਾ ਨਾਮ ਨਹੀਂਗਾ। ਖਾਲਿਸਤਾਨ ਸਾਡੇ ਲਈ ਮਾਣ ਵਾਲੀ ਗੱਲ ਆ, ਔਰ ਇਹਨੂੰ ਮਾਣ ਦੇ ਨਾਲ ਠੋਕ ਵਜਾ ਕੇ ਕਰਿਆ ਕਰੀਏ ਕਿ ਸਾਨੂੰ ਚਾਹੀਦਾ ਆ। ਇਹਨੂੰ ਬਦਨਾਮੀ ਦੇ ਨਾਲ ਨਾ ਜੋੜਿਆ ਕਰੀਏ ਕਿ ਫਲਾਨਾ ਝੰਡਾ ਖਾਲਿਸਤਾਨ ਦੇ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ। ਕੋਈ ਬਦਨਾਮ ਨਹੀਂ ਹੋ ਰਿਹਾ। ਚਾਹੇ ਉਹ ਝੰਡੇ ਬਦਲੇ ਨੇ, ਨਾਮ ਬਦਲੇ ਨੇ, ਮਗਰ ਸੋਚ ਤੇ ਭਾਵਨਾ ਸਾਡੀ ਇੱਕੋ ਹੀ ਆ। ਜੇ ਕਿਸੇ ਨੂੰ ਲੱਗਦਾ ਕਿ ਖਾਲਿਸਤਾਨ ਨਹੀਂ ਬਣਾਉਣਾ, ਭਰਾਵੋ ਸਿੱਖ ਰਾਜ ਬਣਾ ਦਿਓ। ਜੇ ਕਿਸੇ ਨੂੰ ਲੱਗਦਾ ਕਿ ਖਾਲਿਸਤਾਨ ਨਹੀਂ ਬਣਾਉਣਾ, ਤੁਸੀਂ ਸਰਕਾਰੇ ਖਾਲਸਾ ਬਣਾ ਦਿਓ। ਜੇ ਕਿਸੇ ਨੂੰ ਲੱਗਦਾ ਖਾਲਿਸਤਾਨ ਨਹੀਂ ਬਣਾਉਣਾ ਤੇ ਤੁਸੀਂ ਆਜ਼ਾਦ ਪੰਜਾਬ ਬਣਾ ਦਿਓ। ਜਿਹੜਾ ਤੁਹਾਨੂੰ ਸੂਟ ਕਰਦਾ ਤੁਸੀਂ ਉਹ ਨਾਮ ਆਪਣੀ ਝੋਲੀ ਦੇ ਵਿੱਚ ਪਾ ਕੇ ਤੇ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿੱਚ ਕੁੱਦੋ। ਐਵੇਂ ਨਾਵਾਂ ਦੇ ਵਿੱਚ ਨਾ ਅਸੀਂ ਖੇਡਿਆ ਕਰੀਏ ਇੱਕ ਦੂਸਰੇ ਦੇ ਨਾਲ। ਇੱਥੇ ਦੇ ਹਾਲਾਤ ਇਹ ਨੇ ਕਿ ਪਿਛਲੇ ਤੁਸੀਂ 40-45 ਸਾਲਾਂ ਦਾ ਸੰਘਰਸ਼ ਸਾਡਾ ਵੇਖੋ। ਅਸੀਂ ਲਹੂ ਡੋਲਵਾਂ ਸੰਘਰਸ਼ ਆਪਣੀ ਆਜ਼ਾਦੀ ਲੈਣ ਦੇ ਲਈ ਦਿੱਲੀ ਦੇ ਖਿਲਾਫ ਲੜਿਆ ਹੈ। ਪਰ ਅੱਜ ਵੀ ਕਈ ਸਾਡੇ, ਮੈਂ ਉਹਨਾਂ ਨੂੰ ਬੇਈਮਾਨ ਨਹੀਂ ਕਹਿ ਰਿਹਾ, ਪਰ ਮੈਂ ਸਿਰਫ ਇੰਨਾ ਜ਼ਰੂਰ ਕਹਿ ਰਿਹਾ ਹਾਂ ਕਿ ਹੁਣ ਸਾਡੀ ਲੜਾਈ ਜਿਹੜੀ ਆ ਵੱਧ ਅਧਿਕਾਰਾਂ ਤੇ ਨਹੀਂ ਗੀ। ਅਜੇ ਵੀ ਕਈ ਜਿਹੜੀਆਂ ਮੇਨ ਸਟ੍ਰੀਮ ਪੋਲਿਟਿਕਸ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਇਹੀ ਕਹਿੰਦੀਆਂ ਨੇ ਕਿ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪੰਜਾਬ ਨੂੰ ਜਿਹੜਾ ਇੰਡੀਆ ਦੇ ਵਿੱਚ ਹੀ ਸਪੈਸ਼ਲ ਸਟੇਟਸ ਦਿੱਤਾ ਜਾਵੇ। ਸਾਨੂੰ ਇੰਡੀਆ ਦੇ ਵਿੱਚ ਕੋਈ ਸਪੈਸ਼ਲ ਸਟੇਟਸ ਨਹੀਂ ਚਾਹੀਦਾ। ਸਾਡਾ ਸਟੇਟਸ ਇੱਕੋ ਹੀ ਆ ਕਿ ਖਾਲਸਾ ਆਜ਼ਾਦ ਹਸਤੀ ਆ, ਤੇ ਆਜ਼ਾਦ ਜਿਹੜਾ ਉਹ ਕਦੀ ਕਿਸੇ ਤਖਤ ਦੇ ਥੱਲੇ ਦੂਸਰੇ ਦੇ ਨਹੀਂ ਰਹਿੰਦਾ ਹੁੰਦਾ। ਸਾਡਾ ਤਖਤ ਅਕਾਲ ਆ, ਤੇ ਅਕਾਲ ਦਾ ਤਖਤ ਜਿਹੜਾ ਆ ਉਹ ਆਜ਼ਾਦ ਹੋਣਾ ਚਾਹੀਦਾ। ਦਿੱਲੀ ਤਖਤ ਦੇ ਥੱਲੇ ਰਹਿ ਕੇ ਸਾਨੂੰ ਖਰਾਤਾਂ ਨਹੀਂ ਚਾਹੀਦੀਆਂ। ਸਾਨੂੰ ਆਪਣੀ ਸੰਪੂਰਨ ਪ੍ਰਭੂ ਸੱਤਾ ਸੰਪੰਨ ਰਾਜ ਚਾਹੀਦਾ ਆ। ਸਾਨੂੰ ਆਪਣੀ ਆਜ਼ਾਦੀ ਚਾਹੀਦੀ ਆ, ਤੇ ਵਲ ਵਲੇਵੇਂ ਨਾ ਪਾਈਏ। ਤੇ ਗੱਲ ਸਾਫ਼ ਆ ਕਿ ਭਾਰਤ ਦੀਆਂ ਸਰਹੱਦਾਂ ਵੱਖ ਹੋਣਗੀਆਂ, ਪੰਜਾਬ ਦੀਆਂ ਸਰਹੱਦਾਂ ਵੱਖ ਹੋਣਗੀਆਂ, ਪਾਕਿਸਤਾਨ ਚੀਨ ਦੀਆਂ ਸਰਹੱਦਾਂ ਵੱਖ ਹੋਣਗੀਆਂ। ਇਹ ਮਰਜ਼ ਨਹੀਂ ਹੋਣਗੀਆਂ ਵੀ ਇੱਥੇ ਉਹਦੀ ਵੀ ਸਰਹੱਦ ਆ ਤੇ ਉਹਦੀ ਵੀ ਸਰਹੱਦ ਆ, ਤੇ ਫੌਜ ਉਹਦੀ ਵੀ ਬੈਠੀ ਆ ਤੇ ਦੂਸਰੇ ਮੁਲਕ ਦੀ ਵੀ ਬੈਠੀ ਆ। ਐਵੇਂ ਨਹੀਂ ਹੋਣਾ। ਹਰ ਚੀਜ਼ ਸਾਡੀ ਆਜ਼ਾਦ ਹੋਵੇਗੀ।
ਕਮਿਊਨੀਕੇਸ਼ਨ ਤੋਂ ਲੈ ਕੇ ਚਾਹੇ ਰੇਲਵੇ ਆ, ਚਾਹੇ ਕਰੰਸੀ ਆ, ਚਾਹੇ ਝੰਡਾ ਆ, ਚਾਹੇ ਹੱਦਾਂ ਨੇ, ਚਾਹੇ ਬੋਲੀ ਆ, ਹਰ ਚੀਜ਼ ਸਾਡੀ ਆਜ਼ਾਦ ਹੋਵੇਗੀ। ਉਹਨੂੰ ਆਜ਼ਾਦੀ ਕਹਿੰਦੇ ਆ। ਆ ਜਿਹੜੀ ਵਿੱਚ ਵਿਚਾਲੇ ਵਾਲੀਆਂ ਅਸੀਂ ਗੱਲਾਂ ਕਰਦੇ ਆ ਨਾ ਕਿ ਜੀ ਤੁਹਾਨੂੰ ਰੇਲਵੇ ਜਿਹੜੀ ਉਹਨਾਂ ਦੀ ਦੇ ਦਿਓ, ਕਮਿਊਨੀਕੇਸ਼ਨ ਉਹਨਾਂ ਨੂੰ ਦੇ ਦਿਓ, ਬਾਕੀ ਜੀ ਆਹ ਚੀਜ਼ ਸਾਡੀ ਲੈ ਲਿਓ, ਕਰੰਸੀ ਤੁਹਾਡੀ ਚੱਲੇਗੀ, ਕਾਨੂੰਨ ਸਾਡਾ ਚੱਲੇਗਾ, ਇਹੋ ਜੀ ਚੀਜ਼ ਸਾਨੂੰ ਹੁਣ ਕੋਈ ਪਰਵਾਹ ਨਹੀਂ ਗੀ। ਇਹ ਉਦੋਂ ਤੱਕ ਸ਼ਾਇਦ ਹੋ ਜਾਂਦੀ ਜਦੋਂ ਤੱਕ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਚੱਲਦੀ ਸੀ ਤੇ 84 ਨਹੀਂ ਸੀ ਵਾਪਰੀ, ਇਹ ਤਖਤ ਸਾਡੇ ਤਖਤ ਤੇ ਚੜ ਕੇ ਨਹੀਂ ਸੀ ਆਇਆ, ਤੇ ਸ਼ਾਇਦ ਅਸੀਂ ਭਰਾਵਾਂ ਵਾਂਗੂ ਬਹਿ ਕੇ ਇਹਨਾਂ ਦੇ ਨਾਲ ਕਹਿ ਲੈਂਦੇ ਕਿ ਭਾਈ ਚਲੋ ਠੀਕ ਆ, ਆਹ ਚੀਜ਼ਾਂ ਤੁਸੀਂ ਸਾਨੂੰ ਦੇ ਦਿਓ ਜਿਹੜੀਆਂ 47 ਵੇਲੇ ਸਾਡੇ ਲੀਡਰਾਂ ਨਾਲ ਤੁਸੀਂ ਵਾਅਦੇ ਕੀਤੇ ਸੀ। ਪਰ ਜਦੋਂ ਹੁਣ ਚੜ ਕੇ ਹੀ ਆ ਗਏ ਨੇ, ਢਹਿ ਢੇਰੀ ਕਰ ਛੱਡੇ ਨੇ, 30-35 ਹਜ਼ਾਰ ਆਪਣਾ ਨੌਜਵਾਨ ਅਸੀਂ ਇਹ ਸੰਘਰਸ਼ ਦੇ ਲੈ ਕੇ ਲਾ ਚੁੱਕੇ ਆ, ਤੇ ਜੇ ਫੇਰ ਹੁਣ ਦੁਬਾਰਾ ਉਸੇ ਵੱਧ ਅਧਿਕਾਰਾਂ ਦੇ ਮਤੇ 'ਚ ਹੀ ਜਾਣਾ ਆ ਤੇ ਇਹ ਉਹਨਾਂ 30,000 ਤੋਂ ਵੱਧ ਜਾਨਾਂ ਨੂੰ ਜਿਹੜਾ ਉਹਨਾਂ ਦੀ ਨਰਾਦਰੀ ਹੋਊਗੀ, ਉਹਨਾਂ ਦਾ ਮਾਣ ਸਤਿਕਾਰ ਅਦਬ ਜਿਹੜਾ ਤਾਂ ਹੀ ਰਹੇਗਾ ਜੇ ਅਸੀਂ ਹੁਣ ਠੋਕ ਵਜਾ ਕੇ ਕਵਾਂਗੇ ਕਿ ਭਰਾ ਇੰਡੀਆ ਦੇ ਨਾਲ ਸਾਡਾ ਕੋਈ ਨਾਤਾ ਨਹੀਂ, ਅਸੀਂ ਆਪਣੀ ਆਜ਼ਾਦੀ ਲੈਣੀ ਹੈ ਤੇ ਉਹਦੇ ਲਈ ਸੰਘਰਸ਼ ਕਰਨਾ ਹੈ। ਸੋ ਗੱਲ ਇੱਥੇ ਟਿਕੀ ਆ। ਉਹ ਸੰਘਰਸ਼ ਅੱਗੇ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਆ। ਸੋ ਜਿਹੜਾ ਦਲ ਖਾਲਸਾ ਦਾ ਆ ਉਹ ਇਹ ਕਹਿੰਦਾ ਆ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਖੂਨ ਖਰਾਬਾ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਮਸਲਾ ਹੱਲ ਹੋਵੇ। ਸਾਡਾ ਮਸਲਾ ਰਾਜਨੀਤਿਕ ਵੀ ਆ, ਸਾਡਾ ਮਸਲਾ ਧਾਰਮਿਕ ਵੀ ਆ, ਪਰ ਮੋٹے ਤੌਰ ਦੇ ਉੱਤੇ ਜੇ ਵੇਖਿਆ ਜਾਵੇ ਤੇ ਰਾਜ ਦੀ ਗੱਲ ਰਾਜਨੀਤਿਕ ਹੁੰਦੀ ਆ। ਇਸ ਕਰਕੇ ਸਾਡਾ ਮਸਲਾ ਰਾਜਨੀਤਿਕ ਆ ਔਰ ਇਹਨੂੰ ਰਾਜਨੀਤਿਕ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ, ਨਾ ਕਿ ਫੌਜਾਂ ਦੇ ਨਾਲ। ਇੱਥੇ ਕੀ ਹੁੰਦਾ ਆ, ਨਿੱਕੀ ਜੀ ਪੰਜਾਬ 'ਚ ਕੋਈ ਗੱਲ ਵਾਪਰਦੀ ਆ ਤੇ ਲਿਆ ਦਿੱਲੀ ਤੋਂ 20 ਬਾਈ ਜਿਹੜੀਆਂ ਪਲਟਨਾਂ ਨੇ ਪੰਜਾਬ ਦੇ ਵਿੱਚ ਬਹਾਲਤੀਆਂ ਨੇ। ਇਹ ਕਾਹਦੀ ਆਜ਼ਾਦੀ ਹੈ ਜੀ? ਇੱਥੇ ਕੀ ਆ ਪੰਜਾਬ ਦੇ ਵਿੱਚ? ਕਿੱਥੇ ਅੱਗਾਂ ਲੱਗੀਆਂ ਪਈਆਂ ਨੇ? ਕਿੱਥੇ ਹਥਿਆਰਬੰਦ ਮੂਵਮੈਂਟ ਇੱਥੇ ਚੱਲਦੀ ਪਈ ਹੈ ਜਿਹੜੇ ਇਹਨਾਂ ਦੇ ਮੋਢਿਆਂ ਦੇ ਉੱਤੇ AK 47 ਪਾ ਕੇ ਤੇ ਥਾਂ ਥਾਂ ਤੇ ਸਾਡੀਆਂ ਗੱਡੀਆਂ ਚੈੱਕ ਕਰਦੇ ਫਿਰਦੇ ਨੇ। ਇਹਨੂੰ ਆਜ਼ਾਦੀ ਕਹਿੰਦੇ ਆ ਅਸੀਂ? ਤੇ ਜਦੋਂ ਅਸੀਂ ਆਪਣੇ ਦਿਨ ਤਿਉਹਾਰ ਮਨਾਉਣੇ ਹੋਣ, ਅਸੀਂ ਆਪਣੇ ਤਖਤਾਂ ਦੇ ਨਤਮਸਤਕ ਹੋਣਾ ਹੋਵੇ ਸੰਗਤਾਂ ਨੇ, ਤੇ ਰਾਹ ਦੇ ਵਿੱਚ ਖਲਾਰ ਕੇ ਸ਼ੀਸ਼ੇ ਥੱਲੇ ਕਰਾ ਕੇ ਉਹਨਾਂ ਦੇ ਚਿਹਰੇ ਵੇਖੇ ਜਾਣ, ਗੱਡੀਆਂ ਦੀ ਫੋਲਾ ਫਲਾਈ ਕਰਾਈ ਜਾਵੇ, ਇਹਨੂੰ ਆਜ਼ਾਦੀ ਕਹਿੰਦੇ ਹੋ ਤੁਸੀਂ? ਜੇ ਇਹਨੂੰ ਹੀ ਆਜ਼ਾਦੀ ਕਹਿੰਦੇ ਆ ਤੇ ਇੱਕ ਵਾਰੀ ਸਾਨੂੰ ਆਪਣੇ ਆਪ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਵੀ ਅਸੀਂ ਖੜੇ ਕਿੱਥੇ ਆ। ਸੋ ਖਾਲਸਾ ਜੇ ਪ੍ਰਗਟ ਹੋਇਆ ਆ ਤੇ ਉਹ ਆਜ਼ਾਦ ਹਸਤੀ ਦੇ ਤੌਰ ਤੇ ਪ੍ਰਗਟ ਹੋਇਆ ਆ, ਉਹਨੂੰ ਹੁਣ ਕਿਸੇ ਦੇ ਥੱਲੇ ਗੁਲਾਮ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਗੀ। ਸੋ ਸਾਡਾ ਸੰਘਰਸ਼, ਆਜ਼ਾਦੀ ਦਾ ਸੰਘਰਸ਼ ਜਿਹੜਾ ਉਹ ਅੱਗੇ ਤੁਰਨਾ ਚਾਹੀਦਾ ਆ। ਜਿਹੜੇ ਦੋ ਝੰਡੇ ਵੀ ਅੱਜ ਚਲਾਏ ਗਏ ਨੇ, ਇਹ ਇੱਕ ਸਰਕਾਰੇ ਖਾਲਸਾ ਦਾ ਝੰਡਾ ਆ, ਦੂਸਰਾ ਮੌਜੂਦਾ ਸੰਘਰਸ਼ ਦੀ ਝੰਡੇ ਦਾ ਇੱਕ ਪ੍ਰਪੋਜ਼ਡ ਝੰਡਾ ਆ ਮੌਜੂਦਾ ਸੰਘਰਸ਼ ਦਾ, ਜਿਹਨੂੰ ਅਸੀਂ ਚਾਹੁੰਦੇ ਆ ਕਿ ਕੌਮ ਇਹਦੇ ਤੇ ਵਿਚਾਰ ਕਰੇ। ਤੇ ਮੌਜੂਦਾ ਸੰਘਰਸ਼ ਦਾ ਇੱਕ ਝੰਡਾ ਜਿਹੜਾ ਆ, ਜਿਵੇਂ ਸਾਰੇ ਮੁਲਕਾਂ ਦਾ ਇੱਕ ਝੰਡਾ ਹੁੰਦਾ ਆ, ਉਸ ਤਰੀਕੇ ਦੇ ਨਾਲ ਆਪਣਾ ਇੱਕ ਝੰਡਾ ਜਿਹੜਾ ਆ ਮੌਜੂਦਾ ਸੰਘਰਸ਼ ਦਾ ਤੈਅ ਹੋਵੇ ਕਿ ਜਿੱਦਣ ਖਾਲਿਸਤਾਨ ਬਣੇਗਾ, ਜਿੱਦਣ ਪੰਜਾਬ ਆਜ਼ਾਦ ਹੋਵੇਗਾ ਤੇ ਉਹਦਾ ਝੰਡਾ ਕਿਹੜਾ ਹੋਵੇਗਾ। ਇਹਦੇ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਅਸੀਂ ਬਣਾ ਕੇ ਦੇ ਤਾਂ ਇਹੀ ਆ, ਪਰ ਇਹਦੇ ਤੇ ਵਿਚਾਰ ਜ਼ਰੂਰ ਹੋਣੀ ਚਾਹੀਦੀ ਆ। ਦੂਸਰਾ ਝੰਡਾ ਇਸ ਗੱਲ ਦੀ ਪ੍ਰਮਾਣਿਕਤਾ ਆ, ਇੱਥੇ ਉਹ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਜਿਹੜਾ ਰਾਜ ਸਰਕਾਰੇ ਖਾਲਸਾ ਦਾ 1849 ਚ ਗਿਆ ਸੀ, ਉਹਦੀ ਕੰਟੀਨਿਊਟੀ ਅੱਜ ਵੀ ਜਾਰੀ ਆ ਤੇ ਇਹ ਅਸੀਂ ਉਦੋਂ ਤੱਕ ਜਾਰੀ ਰੱਖਣੀ ਹੈ ਜਦੋਂ ਤੱਕ ਸਾਨੂੰ ਆਪਣਾ ਆਜ਼ਾਦ ਰਾਜ ਦੁਬਾਰਾ ਹਾਸਲ ਨਹੀਂ ਹੋ ਜਾਂਦਾ। ਇਹਨਾਂ ਦੋ ਝੰਡਿਆਂ ਦਾ ਮਕਸਦ ਇਹੋ ਹੀ ਆ। ਔਰ ਦੂਸਰਾ ਮਕਸਦ ਇਹ ਹੀ ਜਿਹੜੀ ਮੈਂ ਗੱਲ ਪਹਿਲਾਂ ਵੀ ਆਖੀ ਆ ਕਿ ਲੋਕਾਂ ਨੂੰ ਕਨਫਿਊਜ਼ ਨਾ ਕੀਤਾ ਜਾਵੇ, ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ। ਇਹ ਕਹਿ ਕੇ ਕਿ ਸਰਕਾਰੇ ਖਾਲਸਾ ਦੀ ਗੱਲ ਤੇ ਕਰ ਲਓ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਤੇ ਕਰ ਲਓ, ਪਰ ਮੌਜੂਦਾ ਸਮੇਂ ਦੇ ਵਿੱਚ ਖਾਲਿਸਤਾਨ ਦੀ ਗੱਲ ਨਾ ਕਰੋ। ਇਹ ਸਿਰਫ ਨਾਮ ਵੱਖੋ ਵੱਖਰੇ ਨੇ, ਸਿੱਖ ਰਾਜ ਵੀ ਉਹੀ ਹੈ, ਸਰਕਾਰੇ ਖਾਲਸਾ ਵੀ ਉਹੀ ਆ ਤੇ ਭਵਿੱਖ ਦੇ ਵਿੱਚ ਬਣਨ ਵਾਲਾ ਖਾਲਿਸਤਾਨ ਵੀ ਉਹੀ ਹੋਵੇਗਾ। ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਨਾਮ ਜਿਹਨੂੰ ਚੰਗਾ ਲੱਗਦਾ ਉਹ ਲਵੇ, ਪਰ ਤੈਅ ਕਰੇ ਕਿ ਮੈਦਾਨ ਦੇ ਵਿੱਚ ਅਸੀਂ ਕੁੱਦਣਾ ਆ। ਔਰ ਕੁੱਦਣ ਦੇ ਨਾਲ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਦਿੱਲੀ ਦੇ ਤਖਤ ਨੂੰ ਚੁਣੌਤੀ ਦੇਣੀ ਆ। ਔਰ ਜਿੱਦਣ ਅਸੀਂ ਚੁਣੌਤੀ ਦੇਣੀ ਸ਼ੁਰੂ ਕਰਾਂਗੇ ਫੇਰ ਹੀ ਆ ਕੇ ਕੋਈ ਮੁਲਕ ਸਾਡੇ ਮਗਰ ਖੜੇਗਾ। ਜੇ ਸਾਡੀਆਂ ਦੌੜਾਂ, ਸਾਡੀਆਂ ਗੱਡੀਆਂ ਦਿੱਲੀ ਦਰਬਾਰ ਦੇ ਥੱਲੇ ਚੱਟਣ ਨੂੰ ਲੱਗੀਆਂ ਨੇ ਕਿ ਅਸੀਂ ਦਿੱਲੀ ਦਰਬਾਰ ਦੀਆਂ ਜਾ ਕੇ ਕੁਰਸੀਆਂ ਲੈਣੀਆਂ ਨੇ, ਤੇ ਫਿਰ ਸਾਡੇ ਮਗਰ ਕਿਸੇ ਮੁਲਕ ਨੇ ਨਹੀਂ ਜੇ ਖੜਨਾ। ਸਭ ਤੋਂ ਪਹਿਲਾਂ ਰਸਤੇ ਤੈਅ ਕਰੋ। ਸਾਡਾ ਹਾਲਾਤ ਇਹ ਆ ਕਿ ਚੜੇ ਅਸੀਂ ਸ਼ਤਾਬਦੀ ਅੰਮ੍ਰਿਤਸਰ ਤੋਂ ਦਿੱਲੀ ਵਾਲੀ ਆ ਤੇ ਜਾਣਾ ਅਸੀਂ ਜਿਹੜਾ ਆ ਉਹ ਅੰਮ੍ਰਿਤਸਰ ਹੁੰਦਾ ਆ। ਸੋ ਦਿੱਲੀ ਵੱਲ ਦੀ ਗੱਡੀ ਜਿਹੜੀ ਚੜੇ ਆ ਉਹਨੇ ਸਾਨੂੰ ਅੰਮ੍ਰਿਤਸਰ ਨਹੀਂ ਜੇ ਲੈ ਕੇ ਜਾਣਾ। ਜੇ ਅੰਮ੍ਰਿਤਸਰ ਪਹੁੰਚਣਾ ਹੈ, ਆਨੰਦਪੁਰ ਪਹੁੰਚਣਾ ਹੈ, ਤੇ ਇੱਧਰ ਦੀ ਗੱਡੀ ਤੇ ਚੜਨਾ ਪੈਣਾ ਜੇ। ਜਿਨ੍ਹਾਂ ਲੀਡਰਾਂ ਨੇ, ਜਿਨ੍ਹਾਂ ਸਾਡੇ ਆਗੂਆਂ ਨੇ ਦਿੱਲੀ ਦੇ ਹੀ ਅਹੁਦੇ ਲੈਣੇ ਨੇ, ਉਹਨਾਂ ਨੂੰ ਮੁਬਾਰਕ, ਉਹ ਲੈਂਦੇ ਰਹਿਣ, ਪਰ ਲੋਕਾਂ ਨੂੰ ਬਦਨਾਮ ਨਾ ਕਰੋ ਜਾਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਇਹ ਕਹਿ ਕੇ ਕਿ ਦਿੱਲੀ ਦਰਬਾਰ ਦੇ ਵਿੱਚੋਂ ਹੀ ਸਾਨੂੰ ਸਭ ਕੁਝ ਮਿਲਣਾ। ਇੱਥੋਂ ਸਾਨੂੰ ਕੁਝ ਨਹੀਂ ਜੇ ਮਿਲਣਾ।
ਸਾਡੀ ਆਜ਼ਾਦੀ ਸਾਨੂੰ ਆਪ ਲੈਣੀ ਪੈਣੀ ਜੇ, ਸੰਘਰਸ਼ ਦੇ ਵਿੱਚ ਨਿਤਰਨਾ ਪੈਣਾ ਜੇ, ਇਹਦੋਂ ਬਿਨਾਂ ਹੋਰ ਕੋਈ ਰਾਹ ਨਹੀਂ ਜੇ। ਲੋਕਾਂ ਨੂੰ ਡਰਾਉਣਗੇ, ਧਮਕਾਉਣਗੇ, ਸਭ ਕੁਝ ਕਰਨਗੇ। ਇਹ ਵੀ ਕਹਿਣਗੇ ਅੱਜ ਤੁਸੀਂ ਇੱਥੋਂ ਨਾਮ ਨਾ ਲਓ, ਕੱਲ ਨੂੰ ਕਹਿਣਗੇ ਝੰਡੇ ਨਾ ਲਾਓ, ਪਰਸੋਂ ਕਹਿਣਗੇ ਤੁਸੀਂ ਆਪਣੇ ਦਿਲ ਦਿਮਾਗ ਦੇ ਵਿੱਚ ਨਾ ਸੋਚੋ। ਇਹ ਇੱਥੇ ਤੱਕ ਵੀ ਆਉਣਗੇ, ਪਰ ਸਾਡੀ ਆਵਾਜ਼ ਬੁਲੰਦ ਆ ਕਿ ਜਿੱਦਣ ਅਸੀਂ ਸਟੇਜ ਤੇ ਵੀ ਬੈਠੇ ਆ, ਇਹ ਝੰਡਿਆਂ ਤੇ ਵੀ ਜਾਵਾਂਗੇ ਔਰ ਇਹ ਰਾਜ ਦੀ ਸਥਾਪਤੀ ਤੱਕ ਸਾਡਾ ਸੰਘਰਸ਼ ਜਿਹੜਾ ਉਹ ਜਾਰੀ ਰਹੇਗਾ। ਸੋ ਅਖੀਰ ਦੇ ਉੱਤੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਆਪਣੇ ਨੌਜਵਾਨਾਂ ਨੂੰ ਖਾਸ ਕਰਕੇ ਕਿ ਭਰਾਵੋ ਆਜ਼ਾਦੀ ਦੇ ਰਾਹ ਤੁਰੋ। ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਸੰਘਰਸ਼ ਲੜਿਆ ਆ, ਉਹਨਾਂ ਦਾ ਇੱਜ਼ਤ ਮਾਣ ਸਤਿਕਾਰ ਬਹਾਲ ਰੱਖੋ। ਕਿਸੇ ਦੀ ਕਰਤਾਰ ਕੁਸ਼ੀ ਕਰਕੇ ਤੇ ਅੱਗੇ ਸੰਘਰਸ਼ ਤੋਰਨਾ ਇਹਨੂੰ ਸੰਘਰਸ਼ ਨਹੀਂ ਜੇ ਕਹਿੰਦੇ। ਇਹ ਸਗੋਂ ਆਪਣੇ ਸੰਘਰਸ਼ ਦੇ ਕੁਹਾੜਾ ਮਾਰਨ ਵਾਲੀ ਗੱਲ ਆ। ਜਿਨ੍ਹਾਂ ਨੇ ਸੰਘਰਸ਼ ਲੜਿਆ ਆ, ਆਪਣਾ ਲਹੂ ਡੋਲਿਆ ਆ ਜਾਂ ਦੁਸ਼ਮਣ ਦਾ ਲਹੂ ਡੋਲਿਆ ਆ, ਉਹਨਾਂ ਦੀ ਇੱਜ਼ਤ ਮਾਣ ਸਤਿਕਾਰ ਸਾਰਾ ਕੁਝ ਬਹਾਲ ਰੱਖੋ, ਫੇਰ ਹੀ ਸਾਡਾ ਸੰਘਰਸ਼ ਅੱਗੇ ਤੁਰਨਾ ਜੇ ਮੈਂ ਇਹ ਕਹਾਂ ਕਿ ਪੁਰਾਣਿਆਂ ਨੇ ਕੁਝ ਨਹੀਂ ਕੀਤਾ 40-45 ਸਾਲਾਂ ਦੇ ਵਿੱਚ, ਅੱਜ ਮੈਂ ਹੀ ਆਜ਼ਾਦੀ ਲੈ ਕੇ ਦਵਾਂਗਾ ਤੇ ਮੇਰੇ ਤੋਂ ਵੱਡਾ ਬੇਵਕੂਫ ਕੋਈ ਨਹੀਂ। ਅਸੀਂ ਅੱਗੇ ਤਾਂ ਹੀ ਤੁਰ ਪਾਵਾਂਗੇ ਜੇ ਜਿਨ੍ਹਾਂ ਨੇ ਸੰਘਰਸ਼ ਇਤਿਹਾਸ ਦੇ ਵਿੱਚ ਲੜਿਆ ਆ ਉਹਨਾਂ ਨੂੰ ਇੱਜ਼ਤ ਦੇਵਾਂਗੇ, ਉਹਨਾਂ ਦੇ ਕੋਲੋਂ ਸਿੱਖਾਂਗੇ, ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦਾ ਤਜਰਬਾ ਆ ਉਹ ਲੈ ਕੇ ਅੱਗੇ ਤੁਰਾਂਗੇ। ਉਹਨਾਂ ਦਾ ਥਾਪੜਾ ਸਾਡੀ ਪਿੱਠ ਤੇ ਹੋਊਗਾ ਤੇ ਫੇਰ ਹੀ ਨੌਜਵਾਨੀ ਕੋ ਅੱਗੇ ਤੁਰਿਆ ਜਾਣਾ ਜੇ, ਨਹੀਂ ਤੇ ਅਸੀਂ 2 ਕਦਮ ਫੁੱਟ ਕੇ ਤੇ ਕਿਸੇ ਨਾ ਕਿਸੇ ਟੋਏ ਦੇ ਵਿੱਚ ਜਾ ਡਿੱਗਣਾ ਜੇ। ਅਸੀਂ ਉਹ ਕੰਮ ਨਹੀਂ ਕਰਨਾ। ਇੱਕ ਜਿਹੜੇ ਉਹ ਸਮਝ ਦੇ ਨਾਲ ਚੱਲੀਏ ਔਰ ਜਿਹੜਾ ਆਪਣੇ ਸੰਘਰਸ਼ ਆ, ਜਿੰਨੀਆਂ ਸ਼ਖਸੀਅਤਾਂ ਨੇ ਸੰਘਰਸ਼ ਲੜਿਆ ਆ, ਉਹਨਾਂ ਦੀ ਇੱਜ਼ਤ ਕਰੀਏ। ਪਰ ਸਭ ਤੋਂ ਜ਼ਰੂਰੀ ਚੀਜ਼ ਆ, ਇੱਕ ਚੀਜ਼ ਆਪਣੇ ਮਨ ਦੇ ਵਿੱਚ ਤੈਅ ਕਰ ਲਓ ਕਿ ਦਿੱਲੀ ਵੱਖਰੀ ਆ, ਪੰਜਾਬ ਵੱਖਰਾ ਜੇ, ਇੰਡੀਆ ਵੱਖਰਾ ਆ, ਪੰਜਾਬ ਵੱਖਰਾ ਜੇ। ਇਹਨੂੰ ਰਲ ਗੱਡ ਕਰਕੇ ਜਿਹੜਾ ਆ ਉਹ ਐਵੇਂ ਮਤਲਬ ਆਪਣੀ ਆਜ਼ਾਦੀ ਦੀ ਲੜਾਈ ਨੂੰ ਨੀਵੀਂ ਨਾ ਕਰੀਏ। ਇਹ ਅਲੱਗ-ਅਲੱਗ ਹੀ ਨੇ। ਅਸੀਂ ਆਜ਼ਾਦ ਸੀ, ਅਸੀਂ ਆਜ਼ਾਦ ਹੋਣਾ ਆ। ਮੌਜੂਦਾ ਸਮੇਂ 'ਚ ਅਸੀਂ ਗੁਲਾਮ ਆ। ਇਹ ਨਾ ਕਿਹਾ ਕਰੋ ਕਿ ਅਸੀਂ ਇੰਡੀਆ ਦੇ ਵਿੱਚ ਰਹਿੰਦੇ ਆ। ਸੱਚਾਈ ਇਹ ਆ ਕਿ ਇੰਡੀਆ ਦੀਆਂ ਫੋਰਸਾਂ, ਇੰਡੀਆ ਦਾ ਪ੍ਰਸ਼ਾਸਨ ਉਹ ਆ ਕੇ ਪੰਜਾਬ ਦੇ ਵਿੱਚ ਸਾਡੇ ਉੱਤੇ ਰਾਜ ਕਰਦਾ ਪਿਆ, ਨਾ ਕਿ ਅਸੀਂ ਇੰਡੀਆ ਦੇ ਵਿੱਚ ਰਹਿ ਰਹੇ। ਇਹ ਨਿੱਕੀਆਂ-ਨਿੱਕੀਆਂ ਗੱਲਾਂ ਨੇ, ਇਹਨਾਂ ਨੂੰ ਜ਼ਰੂਰ ਆਪਣੇ ਜਿਹੜਾ ਦਿਲ ਦਿਮਾਗ ਦੇ ਵਿੱਚ ਰੱਖੋ। ਜਿਹੜੇ ਸਾਡੇ ਨੌਜਵਾਨ ਬਾਹਰ ਬੈਠੇ ਨੇ ਜਾਂ ਜਿਹੜੇ ਬਾਹਰੋਂ ਆਉਂਦੇ ਨੇ ਇੱਧਰ, ਉਹ ਆਪਣੇ ਫੋਨਾਂ ਦੇ ਉੱਤੇ ਵੀ ਖਾਸ ਤੌਰ ਤੇ ਗੱਲਾਂ ਕਹਿਣੀਆਂ ਸ਼ੁਰੂ ਕਰੋ ਆਪਣੇ ਪਰਿਵਾਰਾਂ ਦੇ ਵਿੱਚ। ਜਦੋਂ ਕਹਿੰਦੇ ਹੋ ਨਾ ਵੀ ਕੈਨੇਡਾ ਤੇ ਚੱਲੇ ਆ, ਅਮਰੀਕਾ ਤੇ ਚੱਲੇ ਆ, ਤੇ ਇਹ ਨਾ ਕਿਹਾ ਕਰੋ ਇੰਡੀਆ ਚੱਲੇ ਆ, ਕਿਹਾ ਕਰੋ ਕਿ ਅਸੀਂ ਪੰਜਾਬ ਚੱਲੇ ਆ। ਜੇ ਇੰਡੀਆ ਕਹਿਣਾ ਤੇ ਇਹ ਕਿਹਾ ਕਰੋ ਵੀ ਦਿੱਲੀ ਜਾਣਾ ਇੰਡੀਆ, ਉੱਥੋਂ ਜਾਣਾ ਪੰਜਾਬ ਆ। ਵਾਇਆ ਜਿਹਨੂੰ ਕਹਿੰਦੇ, ਅਸੀਂ ਕਹਿੰਦੇ ਨਾ ਵੀ ਇੱਥੋਂ ਅਸੀਂ ਕੈਨੇਡਾ ਚੱਲੇ ਆ ਜੀ, ਵਾਇਆ ਦੁਬਈ ਜਾਣਾ ਆ ਜਾਂ ਵਾਇਆ ਐਸ ਸਿਟੀ ਰਾਹੀਂ ਜਾਣਾ। ਇਹ ਕਹਿ ਲਿਆ ਕਰੋ ਵੀ ਜਾਣਾ ਵਾਇਆ ਇੰਡੀਆ, ਪਰ ਜਾਣਾ ਅਸੀਂ ਪੰਜਾਬ ਆ। ਇਹ ਗੱਲਾਂ ਭਾਵੇਂ ਵੇਖਣ ਨੂੰ ਸਾਨੂੰ ਨਿੱਕੀਆਂ ਲੱਗਣ, ਪਰ ਇਹੀ ਹੁੰਦੀਆਂ ਨੇ ਜਿਹੜੀ ਸਾਡੇ ਅੰਦਰ ਦ੍ਰਿੜਤਾ ਪੈਦਾ ਕਰਦੀ ਹੈ ਕਿ ਅਸੀਂ ਇਹਨਾਂ ਨਾਲੋਂ ਵੱਖਰੇ ਆ, ਅਸੀਂ ਇਹਨਾਂ ਨਾਲੋਂ ਨਿਆਰੇ ਆ। ਸੋ ਸਾਡੀ ਖਾਲਸੇ ਦੀ ਨਿਆਰੀ ਹੋਣ ਦਾ ਸਥਿਤੀ ਤਾਂ ਹੀ ਬਰਕਰਾਰ ਰਹਿਣੀ ਆ ਜੇ ਅਸੀਂ ਆਜ਼ਾਦ ਹੋਵਾਂਗੇ। ਸੋ ਉਹਦੇ ਲਈ ਸੰਘਰਸ਼ ਕਰੀਏ। ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਖਿਮਾਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਕਰਨੈਲ ਸਿੰਘ ਪੰਜੋਲੀ ਜੀ, ਉਹ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦਪੁਰ ਜਾਗਦਾ ਦਿੱਲੀਏ, ਆਨੰਦਪੁਰ ਜਾਗਦੇ ਰਹਿਣਾ, ਤੈਨੂੰ ਲਲਕਾਰਦਾ ਦਿੱਲੀਏ, ਇਹਨੇ ਲਲਕਾਰਦੇ ਰਹਿਣਾ। ਖਾਲਸਾ ਪੰਥ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਏ ਗੁਰੂ ਰੂਪ ਖਾਲਸਾ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਜੀ ਮੰਡ ਸਾਹਿਬ ਨੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ, ਉਹ ਅਸਲ ਵਿੱਚ ਉਹੀ ਕਹਾਣੀ ਹੈ ਜਿਹੜੀ ਕਹਾਣੀ ਇਸ ਭਾਰਤ ਦੇ 3 ਹਿੰਦੂ ਆਗੂਆਂ ਨੇ ਸਾਡੇ ਨਾਲ ਵਾਅਦੇ ਦੇ ਰੂਪ ਵਿੱਚ ਕੀਤੇ ਸੀ। ਭਾਵੇਂ ਉਹ ਮਹਾਤਮਾ ਗਾਂਧੀ ਸਨ, ਭਾਵੇਂ ਪੰਡਿਤ ਜਵਾਹਰ ਲਾਲ ਨਹਿਰੂ ਸੀ, ਭਾਵੇਂ ਸਰਦਾਰ ਪਟੇਲ ਸਨ, ਤੇ ਬਾਅਦ ਦੇ ਵਿੱਚ ਮੁੱਕਰ ਜਾਣਾ, ਵਿਸ਼ਵਾਸਘਾਤ ਕਰਨਾ, ਧੋਖਾ ਕਰਨਾ, ਇਹਦੇ ਖਿਲਾਫ ਸਾਡੀ ਜੰਗ ਜਿਹੜੀ ਹੈ ਉਹ 47 ਤੋਂ ਹੀ ਆਰੰਭ ਹੋ ਗਈ ਸੀ। ਸਾਡੇ ਬਜ਼ੁਰਗ ਪੜਾਅ ਦਰ ਪੜਾਅ ਜਿੰਨੀ ਕੁ ਉਹਨਾਂ ਵਿੱਚ ਸਮਰੱਥਾ ਸੀ ਉਹ ਲੜਨ ਦਾ ਯਤਨ ਕਰਦੇ ਰਹੇ ਨੇ, ਤੇ ਲੜਾਈ ਅਖੀਰ ਤੇ ਉਦੋਂ ਪਹੁੰਚ ਗਈ
ਜਦੋਂ ਇਸ ਭਾਰਤ ਦੇ ਹੁਕਮਰਾਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਹਰਿਮੰਦਰ ਸਾਹਿਬ ਨੂੰ ਗੋਲੀਆਂ ਮਾਰੀਆਂ, ਹਰਿਮੰਦਰ ਦੀ ਪਰਿਕਰਮਾ ਵਿੱਚ ਸਿੱਖੀ ਸ਼ਹੀਦ ਕੀਤੇ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 500 ਤੋਂ ਵੱਧ ਥਾਵਾਂ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਇਹ ਜ਼ਬਰ ਜ਼ੁਲਮ ਅਤਿਆਚਾਰ ਜਿਹੜਾ ਸੀ, ਇਹਦਾ ਇਨਸਾਫ ਲੈਣ ਲਈ ਬਹੁਤ ਸਾਰੇ ਲੋਕਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਬੜਾ ਸਾਡਾ ਲਹੂ ਡੁੱਲਿਆ। ਅੱਜ ਜਦੋਂ ਇਸ ਤਖਤ ਉੱਤੇ, ਜਿਸ ਤਖਤ ਤੇ ਭਾਰਤ ਦੀ ਇਸ ਦੱਬੀ ਕੁਚਲੀ ਮਾਨਸਿਕਤਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਇਕੱਠਾ ਕਰਕੇ ਇੱਕ ਸਧਾਰਨ ਮਨੁੱਖ ਨੂੰ ਅਮਰ ਛਕਾ ਕੇ ਖਾਲਸਾ ਬਣਾਇਆ, ਆਪਣਾ ਰੂਪ ਦਿੱਤਾ, ਆਪਣਾ ਸਰੂਪ ਦਿੱਤਾ ਔਰ ਗੁਰੂ ਸਾਹਿਬ ਜੀ ਨੇ ਇਸੇ ਧਰਤੀ ਤੇ ਕਿਹਾ ਸੀ ਕਿ ਤੁਸੀਂ ਸੀਸ ਦਿਓ, ਮੈਂ ਆਜ਼ਾਦੀ ਲੈ ਕੇ ਦੇਵਾਂਗਾ। ਔਰ ਉਸ ਆਜ਼ਾਦੀ ਲਈ ਉਹਨਾਂ ਨੇ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ। ਅੱਜ ਜਦੋਂ ਖਾਲਸਾ ਆਪਣੇ ਤਖਤਾਂ ਦੇ ਉੱਤੇ ਨਮਸਕਾਰ ਕਰਨ ਲਈ ਆ ਰਿਹਾ, ਠੀਕ ਕਿਹਾ ਮੰਡ ਸਾਹਿਬ ਨੇ ਕਿ ਗੱਡੀਆਂ ਰੋਕੀਆਂ ਜਾ ਰਹੀਆਂ ਨੇ, ਤਲਾਸ਼ੀਆਂ ਹੋ ਰਹੀਆਂ ਨੇ। ਇਹ ਸੀਨ ਅੱਜ ਦਾ ਵੇਖ ਕੇ ਮੁਗਲ ਰਾਜ ਯਾਦ ਆ ਗਿਆ। ਮੁਗਲ ਰਾਜ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਜਦੋਂ ਖਾਲਸਾ ਅੰਮ੍ਰਿਤਸਰ ਸਾਹਿਬ ਦੀਵਾਲੀ ਮਨਾਉਣ ਜਾਂਦਾ, ਮੁਗਲ ਚਾਰੇ ਪਾਸੇ ਤੇ ਅੰਮ੍ਰਿਤਸਰ ਸਾਹਿਬ ਨੂੰ ਘੇਰਾ ਪਾਉਂਦੇ ਔਰ ਜਿਹੜੇ ਅਣਖ ਵਾਲੇ ਜੰਗਾਂ ਯੁੱਧਾਂ ਵਿੱਚ ਲੜਨ ਵਾਲੇ ਜਿਹੜੇ ਯੋਧੇ ਸਨ, ਉਹਨਾਂ ਨੂੰ ਗ੍ਰਿਫਤਾਰ ਕਰਦੇ ਔਰ ਉਹਨਾਂ ਨੂੰ ਸ਼ਹੀਦ ਵੀ ਕਰ ਦਿੱਤਾ ਜਾਂਦਾ ਸੀ। ਤੇ ਮੈਨੂੰ ਲੱਗਦਾ ਕਿ ਜਿਸ ਕਿਸਮ ਦਾ ਘੇਰਾ ਕਦੇ ਮੁਗਲਾਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਾਇਆ ਹੋਵੇਗਾ, ਅੱਜ ਉਸੇ ਕਿਸਮ ਦੇ ਘੇਰੇ ਜਿਹੜੇ ਨੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਚੁਗਰਦੇ ਉੱਤੇ ਇਹ ਘੇਰੇ ਪਾਏ ਹੋਏ ਨੇ। ਤਲਾਸ਼ੀਆਂ ਲਈਆਂ ਜਾ ਰਹੀਆਂ। ਖਾਲਸੇ ਦੇ ਸਾਜਨਾ ਦਿਵਸ ਹੋਵੇ, ਲੇਕਿਨ ਸਰਕਾਰ 144 ਲਾ ਕੇ ਕਹੇ ਇੱਥੇ ਇਕੱਠ ਨਹੀਂ ਕੀਤਾ ਜਾ ਸਕਦਾ। ਲੋਕਾਂ ਦੇ ਮਨਾਂ ਅੰਦਰ ਭੈ ਪੈਦਾ ਕਰਨ ਦਾ ਯਤਨ ਕੀਤਾ। ਡਰਾਵੇ ਦਿੱਤੇ ਜਾ ਰਹੇ ਨੇ। ਪਿਛਲੇ 3 ਦਿਨਾਂ ਤੋਂ ਲਗਾਤਾਰ ਜਿਹੜੇ ਵਿਚਾਰ ਧਾਰਕ ਤੌਰ ਤੇ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿ ਤੁਸੀਂ 17 ਤਰੀਕ ਤੱਕ ਕੇਸਗੜ੍ਹ ਨਹੀਂ ਜਾਣਾ, ਤੁਸੀਂ ਦਮਦਮਾ ਸਾਹਿਬ ਨਹੀਂ ਜਾਣਾ, ਤੁਸੀਂ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਾ। ਜਦੋਂ ਮੁਲਕਾਂ ਦੇ ਅੰਦਰ ਇਹੋ ਜਿਹੀਆਂ ਗੱਲਾਂ ਵਾਪਰਨਗੀਆਂ ਤਾਂ ਕੁਦਰਤੀ ਹੈ ਕਿ ਇਸ ਕਿਸਮ ਦੇ ਜ਼ਬਰ ਵਿੱਚੋਂ ਹੀ ਕੌਮਾਂ ਦੀ ਆਜ਼ਾਦੀ ਨਿਕਲਦੀ ਹੁੰਦੀ ਹੈ ਔਰ ਕੌਮਾਂ ਨੂੰ ਇਸ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਚਾਹੀਦਾ। ਮੈਨੂੰ ਇਸ ਗੱਲ ਦਾ ਅੱਜ ਅਫਸੋਸ ਵੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਔਰ ਸਾਡੀ ਪੰਥ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਦੋਹੇ ਪਲੇਟਫਾਰਮਾਂ ਉੱਤੇ ਬਹੁਤ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ, ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਵੀ ਕਿਹਾ ਕਿ ਜੂਨ 1984 ਅਤੇ ਨਵੰਬਰ 1984 ਦੇ ਜਿਹੜੇ ਘੱਲੂਘਾਰੇ ਨੇ, ਇਹਨਾਂ ਨੂੰ ਸਿੱਖਾਂ ਦੀ ਨਸ਼ਲਕੁਸ਼ੀ ਵਜੋਂ ਸਾਨੂੰ ਮਾਨਤਾ ਦੇਣੀ ਚਾਹੀਦੀ ਹੈ। ਲੇਕਿਨ ਇਹਨਾਂ ਨੇ ਜਿਨ੍ਹਾਂ ਤੇ ਜ਼ਬਰ ਹੋਇਆ, ਜਿਹੜੇ ਅਗਵਾਈ ਕਰਦੇ ਨੇ, ਉਹਨਾਂ ਨੇ ਤਾਂ ਕੁਝ ਨਾ ਕੀਤਾ। ਪਰ ਕੈਲੀਫੋਰਨੀਆ ਸਟੇਟ ਦੇ ਅੰਦਰ ਇੱਕ ਬੀਬੀ ਨੇ ਇੱਕ ਰੈਜੂਲੇਸ਼ਨ ਪੇਸ਼ ਕੀਤਾ ਕਿ ਇਹ ਨਸ਼ਲਕੁਸ਼ੀ ਸੀ ਜਿਹੜੀ ਭਾਰਤ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਕੀਤੀ ਹੈ। ਔਰ ਉਹ ਮਤਾ ਜਦੋਂ ਪੇਸ਼ ਹੋਇਆ, ਅੰਗਰੇਜ਼ਾਂ ਨੇ ਤਾਂ ਉਹਦੀ ਹਮਾਇਤ ਕਰਨੀ ਸੀ। ਇੱਕੋ ਇੱਕ ਹਿੰਦੂ ਭਰਾ ਉਹਦੇ ਵਿੱਚ ਬੈਠਾ ਸੀ ਅਸੈਂਬਲੀ ਵਿੱਚ, ਉਹਨੇ ਵੀ ਆਪਣੀ ਪ੍ਰੋੜਤਾ ਕਰਦਿਆਂ ਕਿਹਾ ਮੈਂ ਇਸ ਗੱਲ ਨਾਲ ਸਹਿਮਤ ਹਾਂ। ਸਰਬਸੰਮਤੀ ਨਾਲ ਉੱਥੇ ਉਹ ਮਤਾ ਪਾਸ ਕਰ ਦਿੱਤਾ ਗਿਆ। ਤੇ ਮੈਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦਾ
ਕਿ ਉਚੇਚੇ ਤੌਰ ਤੇ ਪੰਜ ਸਿੰਘ ਸਾਹਿਬਾਨ ਆਪਣੀ ਇਕੱਤਰਤਾ ਕਰਕੇ ਅਕਾਲ ਤਖਤ ਸਾਹਿਬ ਤੋਂ ਇਹ ਮੈਸੇਜ ਦੇਣ ਦਾ ਯਤਨ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਦੀਆਂ ਜਿੰਨੀਆਂ ਵੈਸੀਆਂ ਦਿੱਲੀ 'ਚ ਬੈਠੀਆਂ ਨੇ ਉਹਨਾਂ ਨੂੰ ਪੱਤਰ ਲਿਖਣ ਕਿ ਜਿਸ ਕਿਸਮ ਦਾ ਮਤਾ ਕੈਲੀਫੋਰਨੀਆ ਅਸੈਂਬਲੀ ਵਿੱਚੋਂ ਪਾਇਆ ਗਿਆ ਉਸ ਕਿਸਮ ਦਾ ਰੈਜੂਲੇਸ਼ਨ ਦੁਨੀਆ ਭਰ ਦੀ ਹਰ ਅਸੈਂਬਲੀ ਦੇ ਵਿੱਚ, ਹਰ ਪਾਰਲੀਮੈਂਟ ਦੇ ਵਿੱਚ ਪਾਇਆ ਜਾਣਾ ਚਾਹੀਦਾ। ਜੇ ਅਸੀਂ ਇਸ ਪੜਾਅ ਵੱਲ ਤੁਰਨ ਦਾ ਯਤਨ ਕਰਾਂਗੇ ਤਾਂ ਹੀ ਮੈਂ ਸਮਝਦਾ ਕਿ ਜੋ ਜ਼ਬਰ ਜ਼ੁਲਮ ਅਤਿਆਚਾਰ ਸਾਡੇ ਤੇ ਲਗਾਤਾਰ ਹੋ ਰਿਹਾ, ਜਿਹਦੇ ਨਾਲ ਸਾਨੂੰ ਭੈ ਭੀਤ ਕੀਤਾ ਜਾ ਰਿਹਾ, ਅਸੀਂ ਇਹਦੇ ਵਿੱਚੋਂ ਨਿਕਲਣ ਦਾ ਯਤਨ ਕਰ ਸਕਾਂਗੇ। ਮੈਂ ਇੱਥੇ ਮੰਡ ਸਾਹਿਬ ਨੇ ਇੱਕ ਗੱਲ ਦਾ ਜ਼ਿਕਰ ਵੀ ਕੀਤਾ ਸੀ, ਆਹ ਝੰਡੇ ਮੈਨੂੰ ਨਹੀਂ ਸਮਝ ਪੈਂਦੀ, ਅਜੀਬ ਕਿਸਮ ਦਾ ਮੁਲਕ ਹੈ। ਪਹਿਲਾਂ ਇੱਕੋ ਪ੍ਰਧਾਨ ਮੰਤਰੀ ਜਿਹਨੂੰ ਕਹਿੰਦੇ ਆ ਬਾਜੇ ਕੇ, ਮੈਂ ਉਹਦੇ ਪਿੰਡ ਗਿਆ, ਉਹਦੇ ਘਰ ਵਿੱਚ ਸਧਾਰਨ ਬੰਦਾ ਸੀ, ਨਸ਼ੇ ਕਰਦਾ ਸੀ। ਅਮਰਤਪਾਲ ਸਿੰਘ ਦੀ ਪ੍ਰੇਰਨਾ ਨਾਲ ਉਹਨੇ ਅੰਮ੍ਰਿਤ ਛਕ ਲਿਆ ਔਰ 20 ਬੰਦਿਆਂ ਨੂੰ ਉਹਨੇ ਅੰਮ੍ਰਿਤ ਹੋਰ ਛਕਾ ਦਿੱਤਾ। ਇਹ ਤੋਂ ਵੱਧ ਉਹਦੀ ਹੋਰ ਕੋਈ ਕੰਟਰੀਬਿਊਸ਼ਨ ਨਹੀਂ ਕਿਸੇ ਕਿਸਮ ਦੀ, ਕੋਈ ਉਹਦਾ ਪੋਲੀਟੀਕਲ ਐਕਟ ਨਹੀਂ ਹੈ, ਕੋਈ ਕ੍ਰਿਮੀਨਲ ਉਹਦਾ ਪਿਛਲਾ ਪਿਛੋਕੜ ਨਹੀਂ ਹੈ। ਜਿੰਨੇ ਕਿ ਮੁੰਡੇ ਫੜ ਕੇ ਅਸਾਮ ਭੇਜੇ ਨੇ, ਮੈਂ ਉਹਨਾਂ ਸਾਰਿਆਂ ਦੇ ਘਰਾਂ ਵਿੱਚ ਗਿਆ, ਕਿਸੇ ਦਾ ਕ੍ਰਿਮੀਨਲ ਪਿਛੋਕੜ ਨਹੀਂ ਹੈ। ਕਿਰਤ ਕਰਕੇ ਖਾਣ ਵਾਲੇ ਨੇ, ਗਰੀਬ ਘਰਾਂ ਦੇ ਬੱਚੇ ਨੇ। ਇੱਥੋਂ ਫੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜ ਦਿੱਤੇ, ਕਹਿੰਦੇ ਅਸੀਂ ਚਾਈਨਾ ਨਾਲ ਜੰਗ ਲੜਨੀ ਹੈ। ਤੇ ਜੰਗ ਤਾਂ ਪ੍ਰਧਾਨ ਮੰਤਰੀ ਨਾਲ ਨਹੀਂ ਲੜੀ ਗਈ ਤੁਹਾਡੇ ਕੋਲੋਂ, ਉਹਦੇ ਕੋਲੋਂ ਇੰਨਾ ਡਰ ਪੈਦਾ ਹੋ ਗਿਆ ਕਿ ਫੌਜ ਲਾ ਕੇ ਇੱਥੋਂ ਉਹਨੂੰ ਚੱਕ ਕੇ ਅਸਾਮ ਦੀ ਧਰਤੀ ਤੇ ਭੇਜ ਦਿੱਤਾ ਵੀ ਕਿਤੇ ਇਹ ਨਾ ਮੁਲਕ ਤੋੜ ਦੇਵੇ। ਤੇ ਜੇ ਉਹਦੇ ਕੋਲੋਂ ਡਰਦੇ ਹੋ ਤੇ ਚਾਈਨਾ ਨਾਲ ਕਿਵੇਂ ਲੜਨ ਦਾ ਯਤਨ ਕਰੋਗੇ? ਇਹ ਧੱਕੇਸ਼ਾਹੀ ਹੈ। ਇਸ ਧੱਕੇਸ਼ਾਹੀ ਦੇ ਖਿਲਾਫ ਸਾਡੀ ਆਵਾਜ਼ ਬੁਲੰਦ ਰਹਿਣੀ ਚਾਹੀਦੀ ਹੈ। ਹੁਣ ਇੱਥੇ ਪ੍ਰਸ਼ਾਸਨ ਕਹਿੰਦਾ, ਪੁਲਿਸ ਪ੍ਰਸ਼ਾਸਨ ਵੀ ਆਹ ਝੰਡੇ ਜਿਹੜੇ ਨੇ ਇਹ ਉਰੇ ਲਾ ਲਓ, ਅੱਗੇ ਬਾਹਰ ਨਾ ਲਾਓ। ਮੈਂ ਤੇ ਮੰਡ ਸਾਹਿਬ ਨੇ ਕਿਹਾ ਵੀ ਅੱਜ ਬਾਹਰ ਤੋਂ ਰੋਕਦੇ ਹੋ, ਕੱਲ ਇੱਥੋਂ ਰੋਕੋਗੇ। ਫੇਰ ਕਹੋਗੇ ਦਾੜੀ ਨਾ ਰੱਖੋ, ਦਸਤਾਰ ਨਾ ਬੰਨੋ, ਕੇਸ ਨਾ ਰੱਖੋ। ਇਹੀ ਕੁਛ ਤਾਂ ਮੰਡ ਸਾਹਿਬ ਨੇ ਕਿਹਾ ਨਾ। ਇਹ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਆਪਣੀ ਗੱਲ ਨਹੀਂ ਕਹਿ ਸਕਦੇ। ਇੱਕ ਪਾਸੇ ਰੋਜ਼ ਕਹਿੰਦੇ ਨੇ ਕਿ ਜੀ ਕਾਨੂੰਨ ਤੁਹਾਨੂੰ ਆਗਿਆ ਦਿੰਦਾ, ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹੋ। ਤੇ ਜੇ ਅਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਾਂ ਤੇ ਵਿਚਾਰਾਂ ਦਾ ਪ੍ਰਗਟਾਵਾ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਅਸੀਂ ਕਿਹਾ ਕੋਈ ਇੱਕ ਉਦਾਹਰਨ ਦਿਓ। ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਕੋਈ ਹਿੰਦੂ ਕਿਸੇ ਨੇ ਘਰ ਵਿੱਚੋਂ ਕੱਢ ਕੇ ਮਾਰਿਆ, ਮੈਨੂੰ ਸਜ਼ਾ ਦੇ ਦਿਓ। ਦਿੱਲੀ ਵਿੱਚ 500 ਤੋਂ ਵੱਧ ਸਿੱਖ ਹਿੰਦੁਸਤਾਨ 'ਚ ਸ਼ਹੀਦ ਹੋਏ, ਕੋਈ ਹਿੰਦੂ ਇੱਕ ਵੀ ਕਿਸੇ ਸਿੱਖ ਨੇ ਉਹਨੂੰ ਕਤਲ ਨਹੀਂ ਕੀਤਾ। ਮੁਗਲਾਂ ਨਾਲ ਅਸੀਂ ਲੜੇ, ਸਾਡੇ ਸਿਰਾਂ ਦੇ ਮੁੱਲ ਪਏ, ਚਰਖੜੀਆਂ ਤੇ ਚਾੜੇ ਆਰਿਆਂ ਨਾਲ ਚੀਰੇ ਗਏ, ਅਸੀਂ ਬੰਦ ਕੱਟ ਦਿੱਤੇ। ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ 4 ਪੁੱਤਰ ਸ਼ਹੀਦ ਕਰ ਦਿੱਤੇ ਗਏ, ਲੇਕਿਨ ਕਿਸੇ ਸਿੱਖ ਨੇ, ਕਿਸੇ ਨਿਹੱਥੇ ਮੁਸਲਮਾਨ ਤੇ ਹਮਲਾ ਨਹੀਂ ਕੀਤਾ, ਉਹਦੀ ਔਰਤ ਤੇ ਹਮਲਾ ਨਹੀਂ ਕੀਤਾ, ਉਹਦਾ ਘਰ ਨਹੀਂ ਢਾਇਆ। ਕਿਉਂਕਿ ਅਸੀਂ ਆਜ਼ਾਦੀ ਪਸੰਦ ਲੋਕ ਹਾਂ, ਅਸੀਂ ਅਮਨ ਪਸੰਦ ਲੋਕ ਹਾਂ। ਸਾਡੀ ਟੱਕਰ ਉਹਦੇ ਨਾਲ ਜਿਹੜਾ ਸਾਡੇ ਨਾਲ ਜ਼ਬਰ ਕਰੇਗਾ, ਸਾਡੇ ਤੇ ਅਤਿਆਚਾਰ ਕਰੇਗਾ। ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਇਸ ਕਿਸਮ ਦੇ ਧੱਕੇਸ਼ਾਹੀ ਖਾਲਸਾ ਪੰਥ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਹੈ। ਅੱਜ ਤੁਸੀਂ ਝੰਡੇ ਜਾਣ ਤੋਂ ਰੋਕਣ ਦਾ ਯਤਨ ਕਰਦੇ ਹੋ, ਆਉਣ ਵਾਲੀ ਕੱਲ ਕਹੋਗੇ ਤੁਸੀਂ ਆਪਣੀ ਆਵਾਜ਼ ਵੀ ਨਹੀਂ ਚੁੱਕ ਸਕਦੇ, ਤੁਸੀਂ ਬੋਲ ਵੀ ਨਹੀਂ ਸਕਦੇ ਇਸ ਜ਼ਬਰ ਅਤੇ ਜ਼ੁਲਮ ਤੇ ਅਤਿਆਚਾਰ ਦੇ ਖਿਲਾਫ। ਅੱਜ ਦੀਆਂ ਸਰਕਾਰਾਂ, ਭਾਵੇਂ ਉਹ ਦਿੱਲੀ ਦੀ ਹੈ, ਭਾਵੇਂ ਚੰਡੀਗੜ੍ਹ ਦੀ ਹੈ, ਦੋਏ ਸਰਕਾਰਾਂ ਨੇ ਰਲ ਕੇ ਪੰਜਾਬ ਦੇ ਅੰਦਰ ਫੌਜ, ਪੁਲਿਸ, CRPF ਲਾ ਕੇ ਪੰਜਾਬ ਨੂੰ ਭੈ ਭੀਤ ਕਰਨ ਦਾ ਯਤਨ ਕੀਤਾ ਜਾ ਰਿਹਾ। ਪੰਜਾਬੀਆਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਇਹ ਸਾਰੇ ਦਾ ਸਾਰਾ ਏਜੰਡਾ ਇੰਦਰਾ ਗਾਂਧੀ ਵਰਗਾ ਹੀ ਹੈ ਕਿ ਘੱਟ ਗਿਣਤੀਆਂ ਨੂੰ ਕੁੱਟੋ, ਕੁਚਲੋ, ਉਹਨਾਂ ਤੇ ਦਬਾਅ ਪਾਓ ਤੇ ਬਹੁ ਗਿਣਤੀ ਨੂੰ ਖੁਸ਼ ਕਰੋ, ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਯਤਨ ਕਰੋ। ਇਸ ਕਿਸਮ ਦੇ ਯਤਨ ਜਾਰੀ ਨੇ।
ਇਹਨਾਂ ਯਤਨਾਂ ਦੇ ਖਿਲਾਫ ਦਲ ਖਾਲਸਾ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ, ਨਿਰਸੰਦੇਹ ਉਹ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੈ, ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਅਸੀਂ ਆਪਣੇ ਤਖਤ ਤੇ ਆਏ ਹਾਂ, ਅਸੀਂ ਆਪਣੇ ਤਖਤ ਤੇ ਆਪਣੀ ਕੌਮ ਦੀ ਆਜ਼ਾਦੀ ਦੀ ਅਰਦਾਸ ਕਰ ਰਹੇ ਹਾਂ। ਇਸ ਕਰਕੇ ਜੇ ਸਰਕਾਰਾਂ ਰੋਕਣਗੀਆਂ ਤਾਂ ਬਗਾਵਤਾਂ ਹੋਣਗੀਆਂ, ਤੇ ਜੇ ਬਗਾਵਤਾਂ ਹੋਣਗੀਆਂ ਤਾਂ ਸਾਡਾ ਕੰਮ ਸੌਖਾ ਹੋਏਗਾ। ਆਜ਼ਾਦੀ ਦੀ ਮੰਜ਼ਿਲ ਅਸੀਂ ਸੌਖਿਆ ਤੈਅ ਕਰ ਲਵਾਂਗੇ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਹੁਣ ਚੁਗਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਮੈਂ ਹੁਣ ਬੇਨਤੀ ਕਰੂੰਗੀ ਪਰਮਜੀਤ ਸਿੰਘ ਜੀ ਹੁਣਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਹੋਣਾ ਨੂੰ ਹੀ ਕਿਹਾ ਸੀ ਕਿ ਥੋੜੀ ਜਿਹੀ ਗੱਲ ਕਰ ਦਿਓ, ਪਰ ਚਲੋ ਇਹਨਾਂ ਨੇ ਸਮਾਂ ਦਿੱਤਾ। ਇੱਕ ਗੱਲ ਤਾਂ ਮੈਂ ਪਹਿਲਾਂ ਇਹ ਕਰਨੀ ਚਾਹੁੰਦਾ ਕਿ ਜਦੋਂ ਬਹੁਤ ਔਖਾ ਸਮਾਂ ਸੀਗਾ ਸਿੱਖਾਂ ਦੇ ਉੱਤੇ, ਉਸ ਸਮੇਂ ਦੀ ਇੱਕ ਵਾਰਤਾ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖੀ ਹੋਈ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੀ ਇੱਕ ਇਕੱਤਰਤਾ ਸੀਗੀ ਤੇ ਸਰਕਾਰ ਨੇ ਘੇਰਾ ਪਾ ਲਿਆ, ਸਿੱਖਾਂ ਦੇ ਉੱਪਰ ਹਮਲਾ ਕਰਨ ਦੀ, ਉਹਨਾਂ ਦਾ ਘਾਣ ਕਰਨ ਦੀ ਵਿਉਂਤ ਬਣਾ ਲਈ। ਤੇ ਇੱਕ ਮਾਈ ਆਪਣੇ ਬੱਚੇ ਨੂੰ ਲੈ ਕੇ ਦਰਬਾਰ ਸਾਹਿਬ ਜਾ ਰਹੀ ਸੀ। ਉਹ ਕਹਿੰਦੇ ਕਿ ਰਸਤੇ ਦੇ ਵਿੱਚ ਇੱਕ ਫੌਜਦਾਰ ਮਿਲਿਆ ਜਿਹੜਾ ਸਿੱਖਾਂ ਨਾਲ ਕੁਝ ਹਮਦਰਦੀ ਰੱਖਦਾ ਸੀਗਾ। ਉਹ ਕਹਿੰਦਾ ਵੀ ਮਾਈ ਕਿੱਥੇ ਚੱਲੀ ਹੈ? ਉਹ ਕਹਿੰਦੀ ਵੀ ਮੈਂ ਦਰਬਾਰ ਸਾਹਿਬ ਚੱਲੀ ਹੈ, ਹਰਿਮੰਦਰ ਸਾਹਿਬ। ਉਹ ਕਹਿੰਦਾ ਤੈਨੂੰ ਪਤਾ ਨਹੀਂ ਅੱਜ ਤਾਂ ਉੱਥੇ ਹਮਲਾ ਹੋਣਾ ਤੇ ਜਿਹੜਾ ਵੀ ਉੱਥੇ ਸਿੱਖ ਪਹੁੰਚਿਆ ਉਹਨੂੰ ਹਕੂਮਤ ਨੇ ਮਾਰ ਦੇਣਾ, ਕਿ ਤੂੰ ਵਾਪਸ ਚਲੀ ਜਾ। ਉਹ ਕਹਿੰਦੀ ਨਹੀਂ, ਮੈਂ ਤਾਂ ਹੁਣ ਮਨੋਂ ਧਾਰ ਕੇ ਆਈ ਆ ਵੀ ਗੁਰੂ ਦੇ ਦਰ ਦੇ ਉੱਤੇ ਜਾਣਾ, ਕਿ ਜੋ ਹੋਊਗਾ ਉਹ ਗੁਰੂ ਦੇ ਭਾਣੇ ਦੇ ਵਿੱਚ ਹੀ ਹੋਣਾ, ਵੀ ਮੈਂ ਤਾਂ ਜਾਣਾ। ਉਹਨੂੰ ਕਹਿੰਦੀ ਵੀ ਜੇ ਤੂੰ ਆਪ ਆਪਣਾ ਤੈਨੂੰ ਫਿਕਰ ਨਹੀਂ ਹੈਗਾ, ਘੱਟੋ ਘੱਟ ਇਸ ਬੱਚੇ ਤੇ ਤਰਸ ਖਾ। ਉਹ ਕਹਿੰਦੀ ਵੀ ਇਹਦੇ ਤੇ ਤਰਸ ਖਾਨੀ ਹੈ ਤਾਂ ਹੀ ਇਹਨੂੰ ਨਾਲ ਲੈ ਕੇ ਚੱਲੀ ਹੈ, ਵੀ ਜੇ ਗੁਰੂ ਦੇ ਲੇਖੇ ਲੱਗਦਾ ਤੇ ਲੱਗ ਜਾਵੇ। ਇੱਕ ਗੱਲ ਤਾਂ ਇਹ ਆ ਵੀ ਇਹ ਸਾਡਾ ਇਤਿਹਾਸ ਹੈ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਔਰ ਇਹ ਖਾਲਸੇ ਦੀ ਭਾਵਨਾ ਆ, ਚੜ੍ਹਦੀ ਕਲਾ ਆ। ਅਜੇ ਤਾਂ ਹੋ ਹੀ ਕੁਝ ਨਹੀਂ ਰਿਹਾ। ਆਪਾਂ ਕਹਿ ਰਹੇ ਨਾ ਮਾਹੌਲ ਅਜੇ ਤਾਂ ਸਿਰਫ ਦਿਲੋਂ ਦਿਮਾਗ ਦੇ ਵਿੱਚ ਦਹਿਸ਼ਤ ਪਾਉਣ ਦੇ ਲਈ ਕੀਤਾ ਜਾ ਰਿਹਾ, ਸਰੀਰਕ ਤੌਰ ਤੇ ਤਾਂ ਕੁਝ ਨਹੀਂ ਹੋਇਆ। ਆਪਾਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੋਲੀ ਚੱਲਦੀ ਰਹੀ, ਕੀ ਕੁਝ ਨਹੀਂ ਹੁੰਦਾ ਰਿਹਾ। ਹਾਲ ਦੀਆਂ ਗੱਲਾਂ ਨੇ। ਅਜੇ ਤਾਂ ਸਿਰਫ ਉਹ ਦਿਮਾਗ, ਜਿਹੜੀ ਰਾਜਨਾਥ ਸਿੰਘ ਨੇ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਹਦੇ ਦੌਰਾਨ ਉਹਨੇ ਇੱਕ ਗੱਲ ਕਹੀ ਕਿ ਹੁਣ ਜਿਹੜੀ ਜੰਗ ਹੈ ਇਹ ਜਲ, ਥਲ ਤੇ ਵਾਯੂ ਤੋਂ ਇਲਾਵਾ ਸਪੇਸ ਤੇ ਸਭ ਤੋਂ ਅਹਿਮ ਕਿ ਹੁਣ ਨਵੇਂ ਜ਼ਮਾਨੇ ਦੇ ਵਿੱਚ ਜੰਗ ਲੋਕਾਂ ਦੇ ਦਿਲੋਂ ਦਿਮਾਗ 'ਚ ਲੜੀ ਜਾਣੀ ਹੈ। ਇਹ ਸਿਰਫ ਆਪਣੇ ਦਿਲੋਂ ਦਿਮਾਗ ਦੇ ਉੱਤੇ ਹਮਲਾ ਹੋ ਰਿਹਾ ਹੈ। ਜਿਹੜੀ 144 ਦੀ ਗੱਲ ਹੈ, ਜਿਹੜਾ ਬੰਦਾ ਅਖਬਾਰ ਧਿਆਨ ਨਾਲ ਦੇਖਦਾ ਹੈ, ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਸਦਾ ਹੀ ਦਫਾ 144 ਲੱਗੀ ਰਹਿੰਦੀ ਹੈ। ਇਹ ਬੜੀ ਆਮ ਗੱਲ ਹੈ। ਜਿਹੜੀ ਇਹ ਖਬਰ ਆਈ ਕਿ ਹਥਿਆਰ ਲੈ ਕੇ ਚੱਲਣ ਤੇ ਰੋਕ ਲੱਗੀ ਹੈ, ਉਹ ਸਦਾ ਹੀ ਰਹਿੰਦੀ ਹੈ। ਅੱਜ ਤੱਕ ਕਦੀ ਕਿਸੇ ਨੇ ਆਪਾਂ ਨੂੰ ਰੋਕਿਆ ਕਿ ਤੁਸੀਂ ਸ਼੍ਰੀ ਸਾਹਿਬ ਪਾ ਕੇ ਕਿਉਂ ਜਾ ਰਹੇ? ਸਿਰਫ ਇਹ ਹੈ ਕਿ ਰੋਕਣ ਤੋਂ ਪਹਿਲਾਂ ਉਹ ਤੁਹਾਡੇ ਮਨ ਦੇ ਵਿੱਚ ਹੀ ਰੋਕ ਦੇਣਾ ਚਾਹੁੰਦੇ ਆ ਕਿ ਸ਼੍ਰੀ ਸਾਹਿਬ ਪਾ ਕੇ ਨਹੀਂ ਚੱਲਣਾ, ਆਪਣੇ ਰਵਾਇਤੀ ਸ਼ਸਤਰ ਸਜਾ ਕੇ ਨਹੀਂ ਚੱਲਣਾ, ਨਹੀਂ ਤਾਂ ਸਰਕਾਰ ਫੜ ਲੂਗੀ। ਕਿਸੇ ਨੇ ਨਹੀਂ ਫੜਨਾ, ਜਿੱਦਣ ਫੜਨਗੇ ਉਸ ਦਿਨ ਦੇਖੀ ਜਾਊਗੀ। ਸੋ ਇਹ ਗੱਲ ਆਪਾਂ ਨੂੰ ਸਮਝਣੀ ਚਾਹੀਦੀ। ਅਖਬਾਰ ਤੁਸੀਂ ਦੇਖ ਲਿਓ, ਹਰ 3 ਮਹੀਨੇ ਵਾਸਤੇ ਡੀਸੀ ਔਨ ਰੈਗੂਲਰ ਬੇਸਿਸ 144 ਦਾ ਹੁਕਮ ਜਾਰੀ ਕਰਦਾ। ਜਦੋਂ ਖਤਮ ਹੁੰਦਾ ਅਗਲੇ 3 ਮਹੀਨੇ ਦੇ ਵਾਸਤੇ ਫਿਰ ਜਾਰੀ ਕਰ ਦਿੱਤਾ ਜਾਂਦਾ। ਅਖਬਾਰ 'ਚ ਛੋਟੀ ਜੀ ਖਬਰ ਲੱਗਦੀ ਹੈ, ਪਰ ਹੁਣ ਕਿਉਂਕਿ ਉਹ ਮਨ ਤੇ ਛਾਪ ਪਾਣੀ ਚਾਹੁੰਦੇ ਆ, ਦਬਾਅ ਪਾਉਣਾ ਚਾਹੁੰਦੇ ਆ, ਇਸ ਕਰਕੇ ਵੱਡੀ ਕਰਕੇ ਖਬਰ ਲਵਾ ਦਿੰਦੇ ਆ। ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹੀਏ, ਗੁਰੂ ਦੇ ਭਾਣੇ ਦੇ ਵਿੱਚ ਰਹੀਏ। ਇਹ ਗੱਲ ਆਪਾਂ ਨੂੰ ਸਿਰਫ ਇੰਨਾ ਹੀ ਧਿਆਨ ਦੇਣਾ ਕਿ ਜਿੰਨਾ ਇਹ ਚੱਲ ਰਿਹਾ ਆ ਇਹ ਮਨਾਂ ਦੇ ਉੱਪਰ ਹਮਲਾ ਆ, ਤੇ ਮਨ ਗੁਰਬਾਣੀ ਨਾਲ, ਗੁਰ ਇਤਿਹਾਸ ਨਾਲ, ਗੁਰੂ ਆਦਰਸ਼ ਨਾਲ ਜੁੜ ਕੇ ਤਕੜੇ ਹੋਣੇ, ਆਪਣੇ ਮਨ ਤਕੜੇ ਕਰਨੇ ਚਾਹੀਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਇਮਾਨ ਸਿੰਘ ਮਾਨ ਸਾਹਿਬ ਨੂੰ ਕਿ ਉਹ ਆਉਣ, ਤੁਹਾਡੇ ਨਾਲ ਵਿਚਾਰ ਸਾਂਝੇ ਕਰਨ। ਇਸ ਤੋਂ ਬਾਅਦ ਅਸੀਂ ਮਾਰਚ ਕਰਕੇ ਤਖਤ ਸਾਹਿਬ ਤੇ ਜਾਵਾਂਗੇ। ਇੱਥੋਂ ਪ੍ਰੋਗਰਾਮ ਦੀ ਸਮਾਪਤੀ। ਭਾਈ ਇਮਾਨ ਸਿੰਘ ਮਾਨ ਜੀ।
परम सत्कारयोग गुरु रूप खालसा जी निवृत्त सहित फतेह अर्ज करते हैं। वाहिगुरू जी का खालसा वाहिगुरू जी की फतेह। दास नूं कोई हक नहीं भाईबंदी का फायदा लैके जिस अखीर समय पे मैं माफ़ी मंगदा कि मैं लेट आया, उत्थे स्टेज सकत्तर साहब ते अहुदेदार साहिबाना ने 2 मिनट बोलने की आग्ञा दी है। धन्नवादी हैं। सिੱਖੀ जब शुरू हुई है, जिस रूप च शुरू हुई है, मेरे हिसाब नाल 3 कहण दीआं जंगां लड़ियां। एक जंग ये सी कि चाहे आपां उस समय ते इस्लाम धर्म की गल करिए या वो मनु का धर्म कहिए, ਉਹਦੇ ਵਿੱਚ ਸਾਡੀ आम पंजाबी सधारण बोली ਦੇ ਵਿੱਚ कोई सानू गुरु का ज्ञान देण नूं ਤਿਆਰ नहीं सीगा। एक पासे अरबी सी, एक पासे संस्कृत सी, पर शेख बाबा फरीद जी महाराज ने सानू सुधारण आम बंदे दी पंजाबी दे विच रब दे नाल नेड़े लाया। जिथे रब नाल नेड़े लाया उत्थे जिहड़ी साडे भगत कबीर जी, भगत रविदास महाराज साहब ने सानू एक सिक्ख्या दित्ती, उस अधीन जिहड़ा उस समय दा मनु मानस धर्म शास्त्र मनु स्मृति अधीन वंड पाई हुई सीगी जात पात च, ਉਹਨੂੰ बिल्कुल भंग करके उन्होंने सीधा मनुख नूं रब नाल जोड़ता। ये एडी वड्डी एक देन सीगी कि जिथे आपां ने एक पासे अपने सधारण पातशाह च अपने रब नाल लगे, उत्थे नाल ही सानू इहो जिहा जात पात तो वंड पाया, जिसका एक रूप गुरु नानक साहब ने जब जनेऊ पैण तो मना किया सानू दिखाया। और जिहड़ा साडा लंगर दे विच इक्को बाटे तो असी प्रशादा छकिया, ਉਹਦਾ एक एडा वड्डा महना सीगा जो इस धरती दे उत्ते भी बहुत वड्डे रूप दे विच सानू दिखिया। ਉਹ सानू जिहड़ा एकत्र करता सारे मनुख नूं एक थां, ਉਹ मनु दी जिहड़ी सोच सी जिहदे विच ਉਹ कहंदा है कि जिहड़ा शूदर है ਉਹਦੀ भी सिर्फ एक काम दस्सिया कि ਉਹ ਹੋਰ ਉੱਚੇ वर्गां ਦੀ सेवा वास्ते ਬਣਿਆ। और ये मनु की सोच ने जिहड़ी आपां अरदास करते हैं विवेक दान दी, ਉਹਦੇ बरखिलाफ इन्ना वड्डा उन्हें कैंपेन चलाया जिहदे विच लिखिया सी कि जिहड़ा भी शूदर नूं पढ़ाउंदा है वो शरधा च नहीं आ सकदा हैगा, ते जिहड़ा भी शूदर नूं कोई पढ़ाई लिखाई दिंदा है वो संवरता दे विच मतलब नरक दे विच जाऊगा। ते फिर कहता हैगा कि जिहड़ा भी शूदर के राज दे विच रहिंदा उत्थे रहना नहीं चाहिदा, ते जिहड़ा शूदर के राज दे विच बसदा है वो जिवें गऊ दलदल च फस के डुब जाती है, उदां वो राज खत्म हो जाऊगा। शूदर के बरखिलाफ उन्हें बहुत जिहड़ियां कुरैतां जिहड़ियां उन्हें पनिशमेंट लिखियां सी, वो कहंदा है कि जिथे बामण है वो शूदर तो बिना पैसे तो सेवा लै सकता हैगा, क्योंकि शूदर बनिया ही ਉਹਦੀ सेवा वास्ते है। वो ਉਹਨੂੰ एक स्लेवरी ਦੇ ਵਿੱਚ रख सकता हैगा, क्योंकि वो बनिया ही ਉਹਦੇ वास्ते हैगा। ਜਿਹੜਾ शूदर ਉੱਚ जाति ਨੂੰ ਗਾਲ ਕੱਢਦਾ ਉਹਦੀ ਜੀਭ ਕੱਟੀ ਜਾਣੀ ਚਾਹੀਦੀ ਹੈ। ਜਿਹੜੇ ਕਿਸੇ ਦਾ ਨਾਂ ਲੈਂਦਾ ਹੈਗਾ ਆਪਣੇ गलत गुस्से च ਉਹਦੇ ਮੂੰਹ ਦੇ ਵਿੱਚ 10 ਇੰਚ ਦਾ ਤੱਤਾ ਇੱਕ ਸੀਖ ਪਾ ਕੇ ਉਹਦੇ ਮੂੰਹ 'ਚ ਪਾ ਦੇਣਾ ਚਾਹੀਦਾ ਹੈਗਾ। ਤੇ ਜੇ ਕੋਈ ਸ਼ੂਦਰ ਬਾਹਮਣ ਨੂੰ ਪੜਾਉਣ ਦਾ ਯਤਨ ਕਰਦਾ ਹੈ, ਸਿੱਖਿਆ ਦੇਣ ਦਾ ਯਤਨ ਕਰਦਾ ਹੈ, ਜਾਂ ਉਹਨੂੰ ਸੱਚੇ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰਦਾ ਹੈ, ਉੱਥੇ ਦੇ ਰਾਜੇ ਨੂੰ ਉਹਦੇ ਮੂੰਹ 'ਚ ਤੇ ਕੰਨ 'ਚ ਉੱਪਰ ਦਾ ਤੇਲ ਪਾ ਦੇਣਾ ਚਾਹੀਦਾ ਹੈ। ਇਹ ਮਨੂ ਸਮ੍ਰਿਤੀ ਕਹਿੰਦੀ ਹੈ शूदर का कोई धन नहीं हो सकता हैगा, वो किसी वस्तु को अपना नहीं कह सकता, गंदे मैले कपड़े उन्होंने पहने पैंदे हैं, ते ये सिर्फ ते सिर्फ उच्च जाति वास्ते बनया हैगा, सेवा वास्ते। अज ये देश ने वो मनु स्मृति की सोच हुण फिर लागू की है। किहदे ते कीती है? घट गिनतियां ते लागू की है। इहो जिहे कानून इस देश दे विच पैदा करते हैं कि ना असी कुछ रख सकते हैं, ना बोल सकते हैं,
ਸਾਡੀ ਗੱਲਾਂ ਨੂੰ ਮੋੜ ਕੇ ਪਰਾਂ ਕੀਤਾ ਜਾਂਦਾ ਹੈਗਾ। ਸਾਧ ਸੰਗਤ ਜੀ, ਇਹ ਜਿਹੜੀ ਮਨੂ ਸਮ੍ਰਿਤੀ ਤੇ ਬਰਖਲਾਫ ਜੰਗ ਲੜੀ, ਇਹਦੇ ਨਾਲ ਇੱਕ ਜਿਹੜੀ ਹਕੂਮਤ ਹੈ ਉਹ ਤੀਜੀ ਜੰਗ ਲੜੀ ਗਈ ਸੀਗੀ। ਉਹ ਜੰਗ ਤੋਂ ਹੋਈ ਸ਼ੁਰੂ ਜਦ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀਆਂ ਤੇ ਬਿਠਾਇਆ ਗਿਆ। ਉਸ ਸਮੇਂ 6ਵੇਂ ਪਾਤਸ਼ਾਹ ਨੇ ਉੱਠ ਕੇ ਜਿਹੜੀ ਮੌਜੂਦਾ ਹਕੂਮਤ ਹੈ ਉਹਦੇ ਬਰਖਲਾਫ ਖੜ ਕੇ ਉਹਨਾਂ ਨੇ ਕਿਹਾ ਕਿ ਅਸੀਂ ਸਿੱਖ ਕੱਲੇ ਨਾਮ ਸਿਮਰਨ ਕਰਕੇ ਜਾਤ ਪਾਤ ਤੋਂ ਛੁਟਕਾਰਾ ਪਾ ਕੇ ਆਪਾਂ ਇਸ ਦੁਨੀਆ ਦੇ ਵਿੱਚ ਜੋ ਬੀਤ ਰਿਹਾ ਉਸ ਤੋਂ ਵੇਸਲੇ ਨਹੀਂ ਹੋ ਸਕਦੇ। ਉਹਨਾਂ ਨੇ ਸ਼ਸਤਰਧਾਰੀ ਮੀਰੀ ਪੀਰੀ ਦੀ ਫਲਸਫਾ ਸਾਨੂੰ ਦਿੱਤੀ, ਜਿਸ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦਿਨ ਉਸ ਸਮੇਂ ਖਾਲਸਾ ਪੰਥ ਸਥਾਪਿਤ ਕਰਕੇ ਸਾਨੂੰ ਦਿੱਤਾ, ਜਿਹਦੇ ਵਿੱਚ ਅਸੀਂ ਆਪਣੇ ਹੱਕ ਹਕੂਕ 'ਚ ਆਪਣੇ ਖਾਲਸਾ ਰੂਪ ਦੇ ਵਿੱਚ ਆਪਣੀਆਂ ਆਪ ਦੇ ਰਾਜ ਵਾਸਤੇ ਲੜਨ ਵਾਸਤੇ ਉਹਨਾਂ ਨੇ ਹੁਕਮ ਕੀਤਾ। ਤੇ ਜਿੱਥੇ ਉਹਨਾਂ ਨੇ ਲੜਾਈ ਸ਼ੁਰੂ ਕੀਤੀ, ਉਹਨਾਂ ਨੇ ਹੱਥ ਆਪਣਾ ਰੱਖਿਆ ਕਿ ਆਓ ਹਿੰਦੂ ਰਾਜਿਓ, ਤੁਸੀਂ ਆ ਕੇ ਸਾਡੇ ਨਾਲ ਇਕੱਠੇ ਹੋ, ਅਸੀਂ ਮੁਗਲ ਹਕੂਮਤ ਦੇ ਬਰਖਲਾਫ ਜੰਗ ਲੜ ਕੇ ਆਪਣਾ ਰਾਜ ਸਥਾਪਿਤ ਕੀਤਾ ਕਰੀਏ। ਤੇ ਕਿੱਥੇ ਜਾ ਕੇ ਗੱਲ ਟੁੱਟੀ? ਉਹੀ ਜਾਤ ਪਾਤ, ਉਹੀ ਮਨੂ ਦੀ ਸੋਚ ਤੇ ਉਹੀ ਮਨੂ ਸਮ੍ਰਿਤੀ ਤੇ ਜਦ ਲੰਗਰਾਂ ਦੇ ਵਿੱਚ ਕਹਿੰਦੇ ਆ ਕਿ ਸਾਨੂੰ ਵੱਖਰਾ ਬਿਠਾਓ, ਅਸੀਂ ਇਹ ਸ਼ੂਦਰਾਂ ਦੇ ਨਾਲ ਬੈਠ ਕੇ ਆਪਣਾ ਇੱਕੋ ਬਾਟੇ ਚੋਂ ਲੰਗਰ ਨਹੀਂ ਛਕਣਾ ਹੈਗਾ। ਉਹਦੇ ਨਾਲ ਉਹਨਾਂ ਨੇ ਜਾ ਕੇ ਮੁਗਲ ਹਕੂਮਤ ਨਾਲ ਬਿਲਕੁਲ ਨਾਲ ਹੋ ਕੇ ਇੱਥੇ ਜਿਹੜੇ ਜੰਗ ਲੜੇ ਉਹ ਤੁਸੀਂ ਦੇਖ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਸਰਬੰਸ ਦਾਨ ਕੀਤਾ, ਪਿਤਾ ਦਾ ਸਿਰ ਸਵੀਕਾਰ ਕੀਤਾ, ਖਾਲਸੇ ਨੂੰ ਸਥਾਪਿਤ ਕੀਤਾ, ਖਾਲਸੇ ਦਾ ਆਪ ਹਿੱਸਾ ਬਣ ਕੇ ਜਿਹੜੇ ਦੋ ਸਪੂਤ ਚਮਕੌਰ ਸਾਹਿਬ 'ਚ, ਦੋ ਸਾਡੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ 'ਚ ਮਾਤਾ ਜੀ, ਇੱਥੇ ਪਿਤਾ ਜੀ ਦਾ ਸੀਸ ਸਵੀਕਾਰ ਕਰਕੇ ਉਹਨਾਂ ਨੇ ਆਪ ਜੀ ਨੂੰ ਇਹ ਬਹੁਤ ਵੱਡੇ ਖਿਤਾਬ ਨਾਲ ਕਿਹਾ। ਜਦ ਦਮਦਮਾ ਸਾਹਿਬ ਸੀਗੇ ਉੱਥੇ ਬੈਠੇ, ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੂਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਜਿਹੜੀ ਬਾਰ-ਬਾਰ ਉਹਨੇ ਤੁਹਾਨੂੰ ਅਪੀਲ ਹੋ ਰਹੀ ਹੈ ਕਿ ਦਮਦਮਾ ਸਾਹਿਬ ਪਹੁੰਚੋ, ਕਿਉਂ ਕਰ ਰਹੇ हैं? क्योंकि उरे एक गुरसिख महसूस करते हैं कि दसम पिता ने सब सरबंस दान करके ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਤੁਹਾਨੂੰ ਆਪਣੇ ਸਪੂਤ ਕਹਿ ਕੇ ਸੱਦੇ ਦਿੱਤੇ ਹੋਏ ਆ, ਜਿਸ ਕਰਕੇ ਆਪਾਂ ਨੂੰ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ। ਇਸ ਗੱਲ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ। ਜਿਹੜਾ ਅੱਜ ਹਾਲਾਤ ਹੈ ਉਹਦੇ ਵਿੱਚ ਸਾਡੇ ਨੌਜਵਾਨਾਂ ਨੂੰ ਬੜੇ ਮਾੜੇ ਕੇਸ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਕੀ ਹੈਗਾ, ਇਹ ਜਦ 1915 ਦੇ ਵਿੱਚ ਰੌਲੈਟ ਕਮੇਟੀ ਨੇ ਜਾ ਕੇ ਡਿਫੈਂਸ ਆਫ ਇੰਡੀਆ ਐਕਟ ਬਣਾਇਆ ਸੀ, ਉਹਦੇ ਵਿੱਚ ਲਿਖਿਆ ਸੀਗਾ ਕਿ ਕਿਸੇ ਨੂੰ ਵੀ ਪੁਲਿਸ ਚੱਕ ਕੇ ਅੰਦਰ ਸਾਲ ਵਾਸਤੇ ਕਰ ਸਕਦੀ ਹੈ, ਨਾ ਉਹਨੂੰ ਵਕੀਲ ਮਿਲੇਗਾ, ਨਾ ਉਹ ਕੋਰਟ 'ਚ ਜਾ ਸਕਦਾ ਹੈ, ਉਹਨੂੰ ਪ੍ਰੀਵੈਂਟਿਵ ਕਸਟਡੀ 'ਚ ਅਸੀਂ ਰੱਖਣਾ ਹੈਗਾ। ਇਹੋ ਜੀ ਜਿਹੜੀ ਸੋਚ ਹੈ, ਇੰਨੀ ਮਾੜੀ ਸੋਚ ਹੈ, ਕਾਨੂੰਨ ਤੋਂ ਬਾਹਰ ਕਿਸੇ ਨੂੰ ਰੱਖਣਾ, ਇਹ ਬਿਲਕੁਲ ਹਿਊਮਨ ਰਾਈਟਸ ਦੇ ਬਰਖਲਾਫ ਕੰਮ ਕੀਤਾ ਗਿਆ ਸੀਗਾ। ਸਾਧ ਸੰਗਤ ਜੀ, ਉਦੋਂ ਕੀ ਹੋਇਆ? ਗੁਰਸਿੱਖਾਂ ਨੇ ਇਕੱਠੇ ਹੋ ਕੇ ਜਲਿਆਂਵਾਲਾ ਬਾਗ ਦੇ ਵਿੱਚ ਜਾ ਕੇ ਇਸ ਡਿਫੈਂਸ ਆਫ ਇੰਡੀਆ ਐਕਟ ਦੇ ਬਰਖਲਾਫ ਉੱਥੇ ਜਾ ਕੇ ਸ਼ਾਂਤਮਈ ਰੂਪ ਦੇ ਵਿੱਚ ਧਰਨਾ ਲਾਇਆ। ਉੱਥੇ ਜਾ ਕੇ ਬੈਠੇ, ਨਤੀਜਾ ਕੀ ਸੀ? ਜਨਰਲ ਡਾਇਰ ਆਇਆ, ਉੱਥੇ ਗੋਲੀਆਂ ਨਾਲ ਭੁੰਨ ਕੇ ਬੇਕਸੂਰ ਜਮਹੂਰੀਅਤ ਹੱਕ ਅਪਣਾਉਂਦੇ ਹੋਏ ਗੁਰਸਿੱਖਾਂ ਨੂੰ ਵੱਢ ਕੇ ਮਾਰਤਾ। ਤੇ ਸਾਧ ਸੰਗਤ ਜੀ, ਇਹ ਉਹੀ ਡਿਫੈਂਸ ਆਫ ਇੰਡੀਆ ਐਕਟ ਕਨਸਟੀਟਿਊਸ਼ਨ ਆਫ ਇੰਡੀਆ 'ਚ ਪਾਇਆ ਗਿਆ। ਉਸ ਕਨਸਟੀਟਿਊਸ਼ਨ 'ਚ ਪਾ ਕੇ 1935 ਦੇ ਵਿੱਚ ਇਹਨੂੰ ਇੰਡੀਪੈਂਡੈਂਸ ਤੋਂ ਬਾਅਦ ਹਰਖ ਸਮਝਦੇ ਹੋਏ ਉਹਨਾਂ ਨੇ ਮੀਸੇ ਦੇ ਰੂਪ ਦੇ ਵਿੱਚ MISA ਦਾ ਐਕਟ 1971 'ਚ ਪਾਸ ਕਰਤਾ, ਜਿਸ ਤੋਂ ਬਾਅਦ ਇਹਨੂੰ ਇੰਦਰਾ ਗਾਂਧੀ ਨੇ 1980 ਦੇ ਵਿੱਚ ਤਬਦੀਲ ਕਰਕੇ ਨਾਂ ਕੀ ਦਿੱਤਾ? ਨੈਸ਼ਨਲ ਸਿਕਿਉਰਿਟੀ ਐਕਟ। ਅੱਜ ਜਿਹੜੇ ਤੁਹਾਡੇ ਸਿੰਘ ਚੱਕੇ ਗਏ ਆ, ਫੜੇ ਗਏ ਆ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ, ਉਹ ਇਹੀ ਡਵਾਇਰ ਦੀ ਔਲਾਦ ਦੀ ਸੋਚ, ਉਹੀ ਸੋਚ ਅਧੀਨ ਇਹ ਚੱਕੇ ਗਏ ਆ। ਤੇ ਇਹ 6ਵੇਂ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ, ਇਹੋ ਜਿਹਾ ਜ਼ੁਲਮ ਆਪਾਂ ਨੇ ਬਰਦਾਸ਼ਤ ਨਹੀਂ ਕਰਨਾ।
ਸਿੱਖ ਕੌਮ ਨੇ ਬਹੁਤ ਕੁਝ ਗਵਾਇਆ, ਪਰ ਆਪਣਾ ਡੈਮੋਕ੍ਰੈਟਿਕ ਪੀਸਫੁਲ ਰਾਈਟ ਪ੍ਰੋਟੈਸਟ ਕਰਨ ਦਾ ਅਸੀਂ ਕਦੇ ਨਹੀਂ ਗਵਾ ਸਕਦੇ। ਉਹ ਵੀ ਉਸ ਸਮੇਂ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਖਾਲਸੇ ਦੇ ਰੂਪ ਆਪਣਾ ਸਪੂਤ ਕਹਿ ਕੇ ਉੱਥੇ ਤੁਹਾਨੂੰ ਆਪਣਾ ਬਣਾਇਆ ਹੈਗਾ। ਆਪਾਂ ਨੂੰ ਦਮਦਮਾ ਸਾਹਿਬ ਜਿੱਥੇ ਮਹਾਰਾਜ ਨੇ ਸਾਹ ਲਿੱਤਾ ਸੀ ਉੱਥੇ ਕੱਲ ਪਹੁੰਚਣਾ ਹੀ ਚਾਹੀਦਾ ਹੈ। ਉੱਥੇ ਆਪਾਂ ਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ ਤੇ ਆਪਣੀ ਉੱਥੇ ਗੱਲ ਕਰਕੇ ਅਸੀਂ ਜਿਹੜੇ ਸਿੰਘ ਚੱਕੇ ਗਏ ਆ ਉਹਨਾਂ ਦੇ ਪੱਖ ਦੇ ਵਿੱਚ ਇਕੱਠੇ ਹੋ ਕੇ ਇਕਮੁੱਠ ਹੋ ਕੇ ਉੱਥੇ ਆਵਾਜ਼ ਉਠਾਈਏ। ਜਿਸ ਤਰ੍ਹਾਂ ਅੱਜ ਅਸੀਂ ਉਰੇ ਇਕੱਠੇ ਹੋਏ ਆ, ਇਹ ਬਿਲਕੁਲ ਸਾਡਾ ਮਿਸ਼ਨ ਹੋਣਾ ਚਾਹੀਦਾ ਹੈ, ਇਹ ਸਾਡਾ ਕੰਮ ਹੋਣਾ ਚਾਹੀਦਾ ਹੈ। ਮੈਂ ਧੰਨਵਾਦੀ ਹਾਂ ਦਲ ਖਾਲਸਾ ਦੇ ਹੋਰ ਸੱਜਣਾ ਦੇ ਜਿਨ੍ਹਾਂ ਨੇ ਇਹ ਮੁੱਦਾ ਅੱਜ ਦਸਮ ਪਿਤਾ ਦੇ ਖਾਲਸਾ ਸਥਾਪਿਤ ਸਥਾਨ ਦੇ ਉੱਤੇ ਕੀਤਾ। ਮੈਂ ਆਸ ਰੱਖਦਾ ਕੱਲ ਫੇਰ ਮਿਲਾਂਗੇ। ਇਹ ਬੇਨਤੀਆਂ ਕਰਦਾ ਆਗਿਆ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिंदर सिंह वाली आजादी, वाली आजादी, मान वाली आजादी, ਅਸੀਂ ਖੋ ਕੇ ਲਵਾਂਗੇ ਆਜ਼ਾਦੀ, ਅਸੀਂ ਲੜ ਕੇ ਲਵਾਂਗੇ ਆਜ਼ਾਦੀ, ਅਸੀਂ ਲੈ ਕੇ ਰਹਾਂਗੇ ਆਜ਼ਾਦੀ, ਹੱਕ ਹੈ ਸਾਡਾ ਆਜ਼ਾਦੀ, ਰਾਜ ਕਰੇਗਾ ਰਾਜ ਕਰੇਗਾ ਬੋਲੇ ਸੋ ਨਿਹਾਲ। ਖਾਲਸਾ ਦਲ ਵੱਲੋਂ ਖਾਲਿਸਤਾਨ ਹਮਾਇਤੀਆਂ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਹੈ। ਪਿੱਛੇ ਹੋਣਾ ਫਿਰ ਮਾਰਚ ਕੱਢਿਆ ਜਾ ਰਿਹਾ ਹੈ। ਉਸ ਸਬੰਧ ਦੇ ਵਿੱਚ ਆਗੂਆਂ ਨਾਲ ਗੱਲਬਾਤ ਕਰਾਂਗੇ। ਰਾਜ ਕਰੇਗਾ ਇੰਜ ਰੱਖ ਲਾਗੇ ਰੱਖ ਲਓ ਇੰਜ ਹੱਥੀ ਫੜ ਲਓ। ਸਾਡੇ ਨਾਲ ਪਰਮਜੀਤ ਸਿੰਘ ਮੰਡ ਸ਼ਾਮਲ ਨੇ। ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਡ ਸਾਹਿਬ ਅੱਜ ਜੋ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ 2 ਨਿਸ਼ਾਨ ਸਾਹਿਬ ਚਲਾਏ ਗਏ ਨੇ, ਉਹਨਾਂ ਸੰਬੰਧੀ ਸਾਨੂੰ ਜਾਣਕਾਰੀ ਦਿਓ ਵੀ ਉਹ ਕਿਹੜੇ ਜਿਹੜੇ ਨਿਸ਼ਾਨ ਅੱਜ ਚਲਾਏ ਗਏ ਨੇ। ਦਲ ਖਾਲਸਾ ਵੱਲੋਂ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 2 ਝੰਡੇ ਚਲਾਏ ਗਏ ਨੇ। ਉਹਨਾਂ 'ਚ ਇੱਕ ਝੰਡਾ ਹੈ ਸਰਕਾਰੇ ਖਾਲਸਾ ਦਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਲਾਹੌਰ ਦੇ ਕਿਲ੍ਹੇ ਦੇ ਉੱਤੇ ਝੂਲਦਾ ਹੁੰਦਾ ਹੈ। ਦੂਸਰਾ ਝੰਡਾ ਜਿਹੜਾ ਚਲਾਇਆ ਗਿਆ ਆ ਉਹ ਮੌਜੂਦਾ ਸੰਘਰਸ਼ ਦਾ ਜਿਹੜਾ ਖਾਲਿਸਤਾਨ ਦਾ ਸੰਘਰਸ਼ ਆ ਉਹਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ। ਉਹ ਝੰਡਾ ਡਿਜ਼ਾਈਨ ਕਰਾਇਆ ਗਿਆ ਹੈ। ਅਸੀਂ ਉਹਨੂੰ ਮਾਨਤਾ ਮਿਲਣੀ ਬਾਕੀ ਆ, ਪਰ ਅਸੀਂ ਉਹਨੂੰ ਪੰਥ ਦੀ ਕਚਹਿਰੀ ਦੇ ਵਿੱਚ ਰੱਖਿਆ ਹੈ ਕਿ ਜਿਹੜਾ ਮੌਜੂਦਾ ਸਾਡਾ ਸੰਘਰਸ਼ ਆ ਉਹਦਾ ਝੰਡਾ ਜਿਹੜਾ ਹੈ ਇਹ ਅਸੀਂ ਪ੍ਰਪੋਜ਼ ਕੀਤਾ ਆ। ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਹੜਾ ਰਾਜ ਸਾਡਾ 1849 'ਚ ਗਿਆ ਸੀ ਉਹਦੀ ਕੰਟੀਨਿਊਟੀ ਅੱਗੇ ਚੱਲ ਰਹੀ ਆ। ਔਰ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ, ਜਦੋਂ ਤੱਕ ਅਸੀਂ ਆਪਣਾ ਰਾਜ ਭਾਗ ਵਾਪਸ ਨਹੀਂ ਲੈ ਲੈਂਦੇ, ਉਦੋਂ ਤੱਕ ਸਾਡਾ ਸੰਘਰਸ਼ ਚੱਲਦਾ ਰਹੇਗਾ। ਸੋ ਇਹ ਉਹਦੀ ਰਿਪਰੈਜ਼ੈਂਟੇਸ਼ਨ ਕਰਦਾ। ਮੰਡ ਸਾਹਿਬ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਖਾਲਿਸਤਾਨ ਦਾ ਜੋ ਵੀ ਨਾਂ ਲੈਂਦੇ ਨੇ ਉਹਨਾਂ ਤੇ ਕੋਈ ਕਾਨੂੰਨ ਲਾਗੂ ਕਰਕੇ ਇਹੋ ਜਿਸ ਤਰ੍ਹਾਂ NSA ਵਰਗੇ ਕਾਨੂੰਨ ਲਾਗੂ ਕਰ ਦਿੱਤੇ ਗਏ ਨੇ ਤੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਅੱਜ ਤੁਸੀਂ ਝੰਡੇ ਸ਼ੁਰੂਆਤ ਕਰ ਦਿੱਤੀ ਹੈ, ਝੰਡਿਆਂ ਨੂੰ ਸਲਾਮੀ ਦੇ ਦਿੱਤੀ ਹੈ, ਇਹਨੂੰ ਲੱਗਦਾ ਨਹੀਂ ਕਿ ਸਿੱਖਾਂ ਦੀਆਂ ਹੋਰ ਵੀ ਮੁਸ਼ਕਲਾਂ ਵਧਣਗੀਆਂ? ਨਹੀਂ, ਇਹਦੇ 'ਚ ਕੋਈ ਮੁਸ਼ਕਲਾਂ ਵਾਲੀ ਗੱਲ ਨਹੀਂ ਹੁੰਦੀ। ਇਹ ਆਪਣਾ ਨਜ਼ਰੀਆ ਹੁੰਦਾ ਹੈ। ਜਿਨ੍ਹਾਂ ਨੂੰ ਦੁਨੀਆ ਮੁਸ਼ਕਲਾਂ ਕਹਿੰਦੀ ਹੈ ਉਹ ਸਾਡਾ ਸੰਘਰਸ਼ ਹੈ ਆਜ਼ਾਦੀ ਦਾ। ਠੀਕ ਹੈ ਜੀ। ਜੇ ਇਹ ਕਿਸੇ ਨੂੰ ਮੁਸ਼ਕਲਾਂ ਲੱਗਦੀਆਂ ਤੇ ਉਹਦਾ ਆਪਣਾ ਨਜ਼ਰੀਆ ਹੋ ਸਕਦਾ ਹੈ। ਜੇ ਇਹ ਮੁਸ਼ਕਲਾਂ ਅਸੀਂ ਨਹੀਂ ਚਲਾਂਗੇ ਆਜ਼ਾਦ ਕਿਵੇਂ ਆਵਾਂਗੇ? ਜੇ ਇੰਡੀਆ ਨੂੰ ਆਜ਼ਾਦ ਕਰਾਉਣ ਦੇ ਲਈ ਭਗਤ ਸਿੰਘ ਵਰਗੇ, ਚੰਦਰ ਸ਼ੇਖਰ ਵਰਗੇ ਮੁਸ਼ਕਲਾਂ ਨਾ ਚੱਲੀਆਂ ਹੁੰਦੀਆਂ ਤੇ ਕਿਹੜੀ ਆਜ਼ਾਦੀ ਦੀ ਗੱਲ ਕਰਦੇ? ਸੋ ਇਹ ਮੁਸ਼ਕਲਾਂ ਨਹੀਂ ਹੁੰਦੀਆਂ, ਸਾਡਾ ਸੰਘਰਸ਼ ਹੁੰਦਾ, ਸਾਡਾ ਹੱਕ ਹੁੰਦਾ ਹੈ। ਉਹਨਾਂ ਮੁਸ਼ਕਲਾਂ ਨੂੰ ਆ ਕੇ ਸਰਕਾਰਾਂ ਪੇਸ਼ ਕਰਦੀਆਂ। ਅੱਜ ਜੋ 1978 ਦੇ ਵਿੱਚ ਨਕਲੀ ਨਿਰੰਕਾਰੀਆਂ ਦੇ ਵੱਲੋਂ ਵੀ ਜੋ ਅੰਧਾਂ ਨੂੰ ਗੋਲੀਆਂ ਚਲਾ ਕੇ
13 ਸਿੰਘ ਸ਼ਹੀਦ ਕਰ ਦਿੱਤੇ ਗਏ ਸੀ, ਉਹਨਾਂ ਸੰਬੰਧ ਵਿੱਚ ਵੀ ਕੁਝ ਕਹਿਣਾ ਚਾਹੁੰਦੇ ਸੀ? ਉਹਨਾਂ ਦੇ ਸੰਬੰਧ 'ਚ ਅੱਜ ਅਸੀਂ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਅਰਦਾਸ ਕਰਾਂਗੇ ਔਰ ਉਹੀ 13 ਸਿੰਘਾਂ ਦੀ ਸ਼ਹਾਦਤ ਆ ਜਿਨ੍ਹਾਂ ਮੌਜੂਦਾ ਸੰਘਰਸ਼ ਦਾ ਮੁੱਢ ਬੰਨਿਆ ਆ। 1978 ਦੇ ਵਿੱਚ ਉਸ ਵਾਕਿਆ ਤੋਂ ਬਾਅਦ ਇੱਕ ਖਾਲਿਸਤਾਨ ਦੇ ਸੰਘਰਸ਼ ਦਾ ਮੁੱਢ ਵੱਜਾ ਆ ਜਿਹੜਾ ਗੁਰੂ ਦੀ ਅਜ਼ਮਤ ਦੇ ਲਈ ਆ ਲੜਿਆ ਜਾ ਰਿਹਾ ਔਰ ਉਹਨਾਂ ਨੂੰ ਇੱਥੇ ਯਾਦ ਵੀ ਕੀਤਾ ਹੈਗਾ। ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਏਗੀ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਔਰ ਜਿਹੜੇ ਉਸ ਸੰਘਰਸ਼ ਨੂੰ ਅੱਗੇ ਤੌਰ ਤੇ ਬੰਦੀ ਬਣੇ ਨੇ, ਇੰਡੀਆ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ, ਚਾਹੇ ਪੁਰਾਤਨ ਨੇ ਚਾਹੇ ਹੋਣ ਵਾਲੇ ਨਵੇਂ ਮੁੰਡੇ ਜਿਹੜੇ ਗਏ ਨੇ, ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਜਿਹੜੀ ਅੱਜ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਕੀਤੀ। ਧੰਨਵਾਦ ਜੀ। ਇਹ ਸਨ ਪਰਮਜੀਤ ਸਿੰਘ ਜੀ ਮੰਡ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਹੋਰ ਵੀ ਸਾਡੇ ਨਾਲ ਆਗੂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹੱਕੇ ਸਾਡਾ ਖਾਲਿਸਤਾਨ, ਹੱਕੇ ਸਾਡਾ ਖਾਲਿਸਤਾਨ, ਅਸੀਂ ਲੈ ਕੇ ਰਹਾਂਗੇ ਖਾਲਿਸਤਾਨ, ਅਸੀਂ ਮਰ ਕੇ ਖਾਲਿਸਤਾਨ। ਵਾਹਿ ਖਾਲਸਾ ਮਾਨ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦੋ ਨਿਸ਼ਾਨ ਸਾਹਿਬ ਚਲਾ ਦਿੱਤੇ ਗਏ ਨੇ, ਇਹ ਖਾਲਸਾ ਦਾ ਤੇ ਦੂਜਾ ਸਰਕਾਰੇ ਖਾਲਸਾ ਦਾ। ਤੇ ਕੀ ਅੱਜ ਜੋ ਨਿਸ਼ਾਨ ਸਾਹਿਬ ਚਲਾਏ ਗਏ ਨੇ ਇਹਦਾ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਸਿੱਖਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਏਗਾ ਜੀ? ਜੇ ਇਸ ਮੁਸ਼ਕਿਲ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸ ਦਾਨ ਕਰਤਾ ਸੀਗਾ, ਉਹ ਕੰਮ ਚੱਕਣਾ ਮੇਰਾ ਖਿਆਲ ਕੋਈ ਮੁਸੀਬਤ ਵਾਲਾ ਨਹੀਂ। ਜਿੰਨਾ ਸਾਨੂੰ ਖਾਲਸਾ ਪੰਥ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ਿਆ, ਜੋ ਸਾਨੂੰ ਹਕੂਮਤਾਂ ਦਿੱਤੀਆਂ, ਜੋ ਸਾਨੂੰ ਹੱਕ ਦਿੱਤੇ ਹੈ, ਉਹ ਕੋਈ ਛੋਟੇ ਮੋਟੇ ਨਹੀਂ ਤੇ ਇਹਦੇ ਨਾਲ ਆਪਾਂ ਨੂੰ ਨਿਰਾਸ਼ਤਾ ਜਾਂ ਗਮੀ ਨਹੀਂ ਕਰਨੀ ਚਾਹੀਦੀ। ਇਹ ਚੜ੍ਹਦੀ ਕਲਾ ਵਾਲਾ ਕੰਮ ਹੈ। ਜਿਸ ਤਰ੍ਹਾਂ NSA ਵਰਗੇ ਕਾਨੂੰਨ ਜਿਹੜੇ ਲਾਗੂ ਕਰ ਦਿੱਤੇ ਗਏ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੰਗਰੇਜ਼ਾਂ ਵੇਲੇ ਆ ਕਾਨੂੰਨ ਬਣਾਏ ਗਏ ਸੀਗੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਹੁਣ ਉਹ ਕਾਨੂੰਨ ਲਾ ਕੇ ਜਿਹੜੇ NSA ਕਾਨੂੰਨ ਲਾ ਕੇ ਅਸਾਮ ਦੀਆਂ ਜੇਲ੍ਹਾਂ ਵਿੱਚ, ਡਿਬਰੂਗੜ੍ਹ ਦੀ ਜੇਲ੍ਹਾਂ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸਰਕਾਰ ਦੇ ਜਿਹੜੀਆਂ ਰਵਾਇਤਾਂ ਨੂੰ ਕੀ ਕਹਿਣਾ ਚਾਹੁੰਦੇ? ਇਹ ਬਿਲਕੁਲ ਇੰਟਰਨੈਸ਼ਨਲ ਕਨਵੈਨਸ਼ਨਸ ਦੇ ਬਰਖਲਾਫ ਹੈ। ਤੇ ਆਹ ਦੇਖੋ, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਆਰਟੀਕਲ 9 ਕਹਿੰਦਾ ਹੈ no one shall be subjected to arbitrary arrest, detention or exile। ਸਾਡੇ ਜਿਹੜੇ ਸਿੰਘ ਹੈ ਉਹਨਾਂ ਨੂੰ ਘਰੇ ਬੈਠੇ ਕਿਸੇ ਨੇ ਨਹੀਂ ਕੁਛ ਕਿਹਾ, ਗੱਡੀਆਂ 'ਚ ਭਜਾ ਕੇ ਜਿੱਥੇ ਉਹਨਾਂ ਕੋਲੇ ਸ਼ਸਤਰ ਸੀ ਇਹ ਬਹਾਨਾ ਲਾਤਾ ਕਿ ਘਰਾਂ 'ਚ ਹੈ ਨਹੀਂ, ਕੋਈ ਵਾਰੰਟ ਨਹੀਂ ਇਸ਼ੂ ਕੀਤੇ, ਕੋਈ ਹੋਰ ਨਹੀਂ ਇਹਨਾਂ ਨੂੰ ਦੱਸਿਆ ਗਿਆ। ਇਹਨਾਂ ਨੂੰ ਪ੍ਰੀਵੈਂਟਿਵ ਕਸਟਡੀ ਇੱਕ ਬਹੁਤ ਭਿਆਨਕ ਕਾਨੂੰਨ ਹੈ ਜਿਹੜਾ ਜਿਹਦਾ ਕੋਈ ਹਿਊਮਨ ਰਾਈਟਸ ਨਾਲ ਮੇਲ ਨਹੀਂ ਹੈਗਾ, ਉਸ ਅਧੀਨ ਅਰੈਸਟ ਕੀਤਾ ਗਿਆ, ਡਿਟੇਨ ਕੀਤਾ ਗਿਆ ਤੇ ਸਿੰਘਾਂ ਨੂੰ ਐਗਜ਼ਾਈਲ ਕੀਤਾ ਗਿਆ, ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਰਟੀਕਲ 9 ਹਿਊਮਨ ਰਾਈਟ ਡੈਕਲੇਰੇਸ਼ਨ ਦੇ ਬਰਖਲਾਫ ਹੈ, ਜਿਹਦਾ ਸਿਗਨੇਟਰੀ ਭਾਰਤ ਦੇਸ਼ ਹੈਗਾ। ਸੋ ਇਹ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈਗਾ ਔਰ ਇਹ ਬਿਲਕੁਲ ਗਲਤ ਕੰਮ ਕਰ ਰਿਹਾ। ਜਿਸ ਤਰ੍ਹਾਂ ਮਾਨ ਸਾਹਿਬ ਅਦਾਲਤ ਵੱਲੋਂ ਕੋਈ ਸੰਮਨ ਜਾਰੀ ਨਹੀਂ ਹੋਏ ਤੇ ਆਪਣੇ ਅੰਮ੍ਰਿਤਪਾਲ ਸਿੰਘ ਨੂੰ ਬਾਗੀ ਕਰਾਰ ਦੇ ਦਿੱਤਾ ਗਿਆ, ਤੇ ਕੀ ਲੱਗਦਾ ਕਿ ਇਹ ਸਰਕਾਰਾਂ ਜਿਹੜੀਆਂ ਉਹਨਾਂ ਦਾ ਕੋਈ ਜਿਸ ਤਰ੍ਹਾਂ ਲੰਬੇ ਸਮੇਂ ਪਿਛਲੇ ਸਰਕਾਰਾਂ ਵਿੱਚ ਵੀ ਸਰਕਾਰਾਂ ਵਿੱਚ ਜਿਹੜੇ ਝੂਠੇ ਮੁਕਾਬਲੇ ਬਣਾਏ ਜਾਂਦੇ ਸੀ, ਕੋਈ ਇਹੋ ਜਿਹੀ ਵੀ ਮਨਸ਼ਾ ਹੋ ਸਕਦੀ ਸਰਕਾਰ ਦੀ? ਜਿਸ ਤਰ੍ਹਾਂ ਕਿਹਾ ਜਾਂਦਾ ਵੀ ਅੰਮ੍ਰਿਤਪਾਲ ਨੂੰ ਕਿਤੇ ਕਿਤੇ ਦੇਖਿਆ ਗਿਆ, ਕਦੀ ਨੇਪਾਲ 'ਚ ਦੇਖਿਆ ਗਿਆ, ਕਿਤੇ ਹੁਸ਼ਿਆਰਪੁਰ ਦੇਖਿਆ ਗਿਆ, ਇਹੋ ਜਿਹੀਆਂ ਜਿਹੜੀਆਂ ਗਤੀਵਿਧੀਆਂ ਸਰਕਾਰ ਦੀਆਂ ਆਏ ਦਿਨ ਇਹ ਬਿਲਕੁਲ ਆਰਬਿਟਰੀ ਕੰਮ ਹੈ। ਇਹ ਇੱਕ ਇਨਹਿਊਮਨ ਕਾਨੂੰਨ ਬਣਾਏ ਹੈ, ਹਿਊਮਨ ਰਾਈਟਸ ਦੇ ਬਰਖਲਾਫ ਹੈ ਔਰ ਇਹ ਜਿਹੜਾ ਦੇਸ਼ ਆਪਣੇ ਆਪ ਨੂੰ ਕਹਿੰਦਾ ਹੈ ਕਿ ਸਾਨੂੰ ਪਰਮਾਨੈਂਟ ਮੈਂਬਰ ਸਿਕਿਉਰਿਟੀ ਕਾਉਂਸਲ ਦਾ ਬਣਾਓ, ਜਿਹੜਾ ਦੇਸ਼ ਜਿਸ ਪ੍ਰਿੰਸੀਪਲਸ ਤੇ ਯੂਨਾਈਟਿਡ ਨੇਸ਼ਨ ਬਣਿਆ ਹੈ, ਐਂਟੀ ਕਲੋਨੀਅਲਿਜ਼ਮ ਐਂਡ ਹਿਊਮਨ ਰਾਈਟਸ, ਉਹਦੇ ਬਰਖਲਾਫ ਕੰਮ ਕਰਦਾ ਹੈ। ਸਾਨੂੰ ਪੰਜਾਬ 'ਚ ਕਲੋਨੀ ਬਣਾ ਕੇ ਸਾਡੇ ਪਾਣੀਆਂ ਚੋਰੀ ਕਰ ਰਿਹਾ ਅਗੇਂਸਟ ਰਾਈਪੇਰੀਅਨ ਲਾਅ ਐਂਡ ਇੰਟਰਨੈਸ਼ਨਲ ਨੋਰਮਸ, ਔਰ ਸਾਡੇ ਜਿਹੜੀ ਮਨੁੱਖੀ ਅਧਿਕਾਰ ਹੈ ਉਹਦੀ ਸਪਸ਼ਟ ਰੂਪ 'ਚ ਆਰਟੀਕਲ 9 ਦੀ ਇਹਨੇ ਅੱਜ ਉਲੰਘਣਾ ਕੀਤੀ ਹੈ। ਸੋ ਮੈਂ ਸਮਝਦਾ ਇਹ ਦੇਸ਼ ਬਿਲਕੁਲ ਇਸ ਲਾਇਕ ਨਹੀਂ ਕਿ ਇਹ ਯੂਨਾਈਟਿਡ ਨੇਸ਼ਨ ਦੇ ਚਾਰਟਰ ਅਧੀਨ ਉਹਦਾ ਪਰਮਾਨੈਂਟ ਮੈਂਬਰ ਸਿਕਿਉਰਿਟੀ ਕਾਉਂਸਲ ਦਾ ਬਣੇ। ਧੰਨਵਾਦ ਜੀ। ਇਹ ਸਨ ਇਮਾਨ ਸਿੰਘ ਮਾਨ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਹੋਰ ਵੀ ਲੀਡਰ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਵਿੱਚ ਮੋਦੀ ਤੇ ਅਮਿਤ ਸ਼ਾਹ ਦੀਆਂ ਤਸਵੀਰਾਂ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਿਖਿਆ ਗਿਆ ਅੱਖ 2024 ਦੀਆਂ ਚੋਣਾਂ ਤੇ ਨਿਸ਼ਾਨਾ ਪੰਥ ਅਤੇ ਪੰਜਾਬ ਦਲ ਖਾਲਸਾ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ। ਸਾਡੇ ਨਾਲ ਕੰਵਰਪਾਲ ਸਿੰਘ ਜੀ ਸ਼ਾਮਲ ਨੇ।
ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕੰਵਰਪਾਲ ਸਿੰਘ ਜੀ, ਤੁਸੀਂ ਅੱਖਾਂ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਦੀਆਂ ਤਸਵੀਰਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੋਦੀ ਤੇ ਅਮਿਤ ਸ਼ਾਹ ਦੀ ਤਸਵੀਰ ਸਿੰਬੋਲਿਕ ਹੈ। ਇੰਡੀਅਨ ਸਟੇਟ ਨੇ ਜਿਹੜਾ ਕੁਹਾੜਾ ਚਲਾਇਆ ਹੋਇਆ ਪੰਜਾਬ ਤੇ ਨੌਜਵਾਨੀ ਤੇ, ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਦਿਮਾਗੀ ਤੌਰ ਤੇ ਦਹਿਸ਼ਤ ਕਜ਼ਾ ਕਰਨ ਲਈ, ਖੌਫਜ਼ਦਾ ਕਰਨ ਲਈ, ਇਹ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਇਹ ਸਰਕਾਰ ਹੈ, ਮੋਦੀ ਸਰਕਾਰ, ਹਿੰਦੂਤਵਾ ਸਰਕਾਰ, ਇਹਦਾ ਨਿਸ਼ਾਨਾ ਤੇ ਹੈਗਾ, ਅੱਖ ਤੇ ਹੈਗੀ 2024 ਦੀ ਚੋਣ, ਬਿਲਕੁਲ, ਤੇ ਨਿਸ਼ਾਨਾ ਹੈਗਾ ਪੰਥ ਤੇ ਪੰਜਾਬ। ਇਹ ਜਿਹੜਾ ਕੁਹਾੜਾ ਚੱਲ ਰਿਹਾ, ਦਮਨ ਚੱਲ ਰਿਹਾ, ਜਬਰ ਚੱਲ ਰਿਹਾ, ਜ਼ੁਲਮ ਚੱਲ ਰਿਹਾ, NSA ਲਾ ਰਹੀ, ਅਸਾਮ ਲੈ ਜਾਓ, ਇਹ ਡਰਾਵਾ ਦਿੱਤਾ ਜਾ ਰਿਹਾ, ਪੂਰੀ ਮੁਲਕ ਨੂੰ ਡਰਾਇਆ ਜਾ ਰਿਹਾ, ਸਿੱਖਾਂ ਨੂੰ ਪੂਰੇ ਮੁਲਕ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਹੈ। ਔਰ ਜਿਹੜੀ ਵੋਟ ਹੈ ਉਹ ਪੰਜਾਬ 'ਚ ਲੈਣ ਦੇ ਉੱਤੇ ਇਹਨਾਂ ਦੀ ਅੱਖ ਨਹੀਂ ਹੈ, ਪੰਜਾਬ ਦੇ ਸਿਰ ਦੇ ਉੱਤੇ ਬਾਕੀ ਹਿੰਦੁਸਤਾਨ ਦੀ ਵੋਟ ਲੈਣ ਦੀ ਇਹਨਾਂ ਦੀ ਅੱਖ ਹੈ। ਇਹ ਹਿੰਦੂ ਨੂੰ ਪੋਲਰਾਈਜ਼ ਕਰ ਰਹੇ ਨੇ, ਇਹ ਹਿੰਦੂ ਨੂੰ ਡਰਾ ਰਹੇ ਨੇ ਕਿ ਤੁਹਾਨੂੰ ਸਿੱਖਾਂ ਤੋਂ ਖਤਰਾ ਹੈ। ਇਹ ਮੋਦੀ ਸਰਕਾਰ ਹੈ ਜਿਹੜੀ ਸਿੱਖਾਂ ਨੂੰ ਕ੍ਰਸ਼ ਕਰਕੇ ਦਬਾ ਕੇ ਇਹਨਾਂ ਨੂੰ ਆਨੇ ਵਾਲੀ ਥਾਂ ਤੇ ਰੱਖੇਗੀ, ਇਹਨਾਂ ਨੂੰ ਕ੍ਰਸ਼ ਕਰੇਗੀ, ਇਹਨਾਂ ਨੂੰ ਬੋਲਣ ਨਹੀਂ ਦੇਗੀ, ਇਹਨਾਂ ਦੀ ਜ਼ਬਾਨਾਂ ਨੂੰ ਜਿਹੜੀਆਂ ਤਾਲੇ ਲਾਏਗੀ। ਇਹ ਮੋਦੀ ਸਰਕਾਰ ਆਪਣੇ ਨੰਬਰ ਹਿੰਦੂਆਂ ਅੱਗੇ ਬਣਾਉਣ ਲਈ ਪੰਜਾਬ ਵਿੱਚ ਕਰ ਰਹੀ ਹੈ। ਔਰ NSA ਅਸਾਮ ਲੈ ਕੇ ਜਾਣਾ, ਕੋਈ ਤੁੱਕ ਨਹੀਂ ਬੰਦੀ, ਉਹਦੀ ਕੋਈ ਵਾਜਬਤਾ ਹੀ ਨਹੀਂ ਹੈ। ਜਿਸ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਕਿ ਘੱਟ ਗਿਣਤੀ ਦੇ ਲੋਕਾਂ ਨੂੰ ਦਬਾ ਕੇ ਤੇ ਜ਼ਿਆਦਾ ਗਿਣਤੀ ਦੇ ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ। ਬਿਲਕੁਲ ਇਹੀ ਗੱਲ ਹੈ, ਕਲੀਅਰ ਹੈ ਕਿ ਪੂਰੇ ਹਿੰਦੂ ਸਮਾਜ ਨੂੰ ਸਿੱਖ ਸਮਾਜ ਦੇ ਖਿਲਾਫ ਖੜਾ ਕਰ ਰਹੇ ਨੇ। ਸਾਡੀ ਅਪੀਲ ਹੈ ਪੰਜਾਬ ਦੇ ਹਿੰਦੂਆਂ ਨੂੰ ਕਿ ਸਾਨੂੰ ਆਪਸੀ ਕੋਈ ਖਤਰਾ ਨਹੀਂ ਹੈ, ਸਾਡੇ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਹੈ, ਪੰਜਾਬ ਦੀ ਸ਼ਾਂਤੀ ਨੂੰ ਕੋਈ ਖਤਰਾ ਨਹੀਂ ਹੈ। ਅਸੀਂ ਸਾਰੇ ਇਕੱਠੇ ਰਹਿ ਰਹੇ ਹਾਂ, ਇਕੱਠੇ ਪਹਿਲਾਂ ਵੀ ਸੀ, ਇਕੱਠੇ ਅੱਜ ਵੀ ਹਾਂ, ਇਕੱਠੇ ਅੱਗੇ ਵੀ ਰਹਾਂਗੇ। ਜਿਸ ਸਰਕਾਰੇ ਖਾਲਸਾ ਦਾ ਝੰਡਾ ਅਸੀਂ ਅੱਜ ਤੱਕ ਦਮਦਮਾ ਤਖਤ ਕੇਸਗੜ੍ਹ ਸਾਹਿਬ ਤੇ ਚਲਾਇਆ, ਜਿਸ ਸਰਕਾਰੇ ਖਾਲਸਾ ਦੇ ਝੰਡੇ ਨੂੰ ਅਸੀਂ ਸਲਾਮੀ ਦਿੱਤੀ ਹੈ, ਉਹ ਸਾਰਿਆਂ ਦਾ ਸਾਂਝਾ ਸੀ। ਜਿਹੜਾ ਅੱਗੇ ਵੀ ਖਾਲਿਸਤਾਨ ਬਣੇਗਾ, ਸਿੱਖ ਰਾਜ ਆਏਗਾ, ਉਹ ਵੀ ਸਾਰਿਆਂ ਦਾ ਸਾਂਝਾ ਹੋਏਗਾ। ਉਹਦੇ 'ਚ ਰੋਟੀ ਸਾਰਿਆਂ ਦੀ ਹੋਏਗੀ, ਉਹਦੇ 'ਚ ਹੱਕ ਸਾਰਿਆਂ ਦੇ ਹੋਣਗੇ, ਉਹਦੇ 'ਚ ਇਨਸਾਫ ਸਾਰਿਆਂ ਨੂੰ ਮਿਲੇਗਾ। ਅਸੀਂ ਅੱਜ ਸਰਕਾਰੇ ਖਾਲਸਾ ਦਾ ਝੰਡਾ ਚਲਾ ਕੇ ਆਪਣੀ ਵੱਖਰੀ ਹੋਂਦ ਹਸਤੀ ਦਾ ਪ੍ਰਗਟਾਵਾ ਵੀ ਕੀਤਾ, ਤੇ ਸਾਡੇ ਅੰਦਰ ਜਿਹੜੀ ਸਿੱਖ ਰਾਜ, ਖਾਲਸਾ ਰਾਜ ਨੂੰ ਕਾਇਮ ਕਰਨ ਦੀ ਜਿਹੜੀ ਇੱਛਾ ਤੇ ਜਜ਼ਬਾਤ ਨੇ, ਉਹਨਾਂ ਦਾ ਵੀ ਪ੍ਰਗਟਾਵਾ ਕੀਤਾ। ਤੇ ਅਸੀਂ ਦੁਨੀਆ ਨੂੰ ਵੀ ਇਹ ਦੱਸਿਆ ਕਿ ਸਾਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਚਾਹੀਦਾ, ਸਾਨੂੰ ਸਵੈ ਨਿਰਣੇ ਦਾ ਹੱਕ ਚਾਹੀਦਾ। ਔਰ ਇਸ ਸਵੈ ਨਿਰਣੇ ਦੇ ਹੱਕ ਲਈ ਪੰਜਾਬ ਦੇ ਵਿੱਚ UN ਰਾਜਸ਼ੁਮਾਰੀ ਕਰਾਵੇ, ਉਹ ਦੇਖੇ ਕਿ ਲੋਕ ਕਿਵੇਂ ਤੰਗ ਨੇ, ਕਿਵੇਂ ਪਰੇਸ਼ਾਨ ਨੇ। ਔਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ, ਦੋਨਾਂ ਤਖਤਾਂ ਦੇ ਉੱਤੇ ਪੁਲਿਸ ਲਗਾ ਕੇ ਖੌਫਜ਼ਦਾ ਕੀਤਾ ਜਾ ਰਿਹਾ ਹੈ। ਜਦੋਂ ਜਥੇਦਾਰ ਅਕਾਲ ਤਖਤ ਨੂੰ ਇਹ ਕਹਿਣਾ ਪੈ ਜੇ ਕਿ ਬਿਨਾਂ ਡਰ ਤੋਂ ਪਹੁੰਚੋ, ਤੇ ਸਮਝ ਲਓ ਕਿ ਜਥੇਦਾਰ ਕੀ ਕਹਿ ਰਿਹਾ ਕਿ ਕੌਮ ਡਰੀ ਹੋਈ ਹੈ। ਜਦੋਂ ਜਥੇਦਾਰ ਨੂੰ, ਲੀਡਰਸ਼ਿਪ ਨੂੰ ਇਹ ਕਹਿਣਾ ਪੈ ਜੇ ਕਿ ਬਿਨਾਂ ਡਰ ਤੋਂ ਪਹੁੰਚੋ ਤਖਤਾਂ ਤੇ, ਵਿਸਾਖੀ ਮਨਾਓ, ਖਾਲਸਾ ਸਾਜਨਾ ਦਿਵਸ ਮਨਾਓ, ਤੇ ਸਮਝ ਲਓ ਕਿ ਕਿਸ ਹੱਦ ਤੱਕ ਜਿਹੜਾ ਡਰ ਮਨੋਵਿਗਿਆਨਿਕ ਢੰਗ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਤੇ ਦਿਮਾਗਾਂ ਦੇ ਵਿੱਚ ਬਿਠਾਇਆ ਜਾ ਰਿਹਾ। ਹਾਲੀ ਤਸ਼ੱਦਦ ਦਾ ਦੌਰ ਚੱਲਣਾ, 2024 ਦੀ ਚੋਣਾਂ ਤੱਕ ਚੱਲਣਾ। ਬੜੇ ਅਚੰਬੇ ਸਰਕਾਰ ਵਪਰਾਏਗੀ, ਸਾਨੂੰ ਤਿਆਰ ਰਹਿਣਾ ਚਾਹੀਦਾ, ਇਕਜੁੱਟ ਰਹਿਣਾ ਚਾਹੀਦਾ। ਔਰ ਇਹ ਸਿੱਖ ਦਾ ਫਰਜ਼ ਹੈ, ਔਰ ਇਹ ਸਿੱਖ ਦਾ ਕਰੈਕਟਰ ਹੈ ਕਿ ਸਾਨੂੰ ਸਰਕਾਰ ਦੇ ਹਰ ਜ਼ਬਰ ਜ਼ੁਲਮ ਦਾ ਡਟ ਕੇ ਤੇ ਜੁਝਾਰੂ ਤਰੀਕੇ ਨਾਲ ਮੁਕਾਬਲਾ ਕਰਨਾ ਚਾਹੀਦਾ। ਸਰ, ਅੱਜ ਵੀ ਜਿਹੜੀ ਤਲਾਸ਼ੀਆਂ ਲਈਆਂ ਜਾ ਰਹੀਆਂ ਗੱਡੀਆਂ ਦੀਆਂ ਸ੍ਰੀ ਅਨੰਦਪੁਰ ਸਾਹਿਬ ਧਰਤੀ ਤੇ, ਭਾਈ ਸਾਹਿਬ ਜੀ, ਤੁਸੀਂ ਮੀਡੀਆ ਤੇ ਵੀ ਉਹਨਾਂ ਦਾ ਘੋੜਾ ਚੱਲਿਆ ਹੋਇਆ, ਤੇ ਜਿਨ੍ਹਾਂ ਬੰਦਿਆਂ ਨੇ ਸਾਡੇ ਨਾਲ ਇੱਥੇ ਅੱਜ ਸ਼ਾਮਲ ਹੋਣਾ ਸੀ, ਉਹਨਾਂ ਚੋਂ ਕਈਆਂ ਦੇ ਫੋਨ ਸਵੇਰ ਦੇ ਆ ਰਹੇ ਨੇ। ਕਿਸੇ ਨੂੰ ਦਬਕਾਇਆ ਜਾ ਰਿਹਾ, ਤੂੰ ਜਾਣਾ ਨਹੀਂ, ਤੇ ਕਿਸੇ ਨੂੰ ਥਾਣੇ ਬੁਲਾ ਕੇ ਬਿਠਾਇਆ ਜਾ ਰਿਹਾ। ਸਰ, ਜਿਸ ਤਰ੍ਹਾਂ ਇੱਥੋਂ ਤੱਕ ਕਿ ਦੇਖੋ, ਜਿਹੜਾ ਉਹ ਮੈਨੂੰ ਨੌਜਵਾਨ ਦਾ ਨਾਂ ਯਾਦ ਨਹੀਂ ਹੈ, ਜਿਹੜਾ TV ਚਲਾਉਂਦਾ ਹੈ ਇੰਗਲੈਂਡ ਦੇ ਵਿੱਚ, ਉਹਦੀ ਮਦਰ ਤੇ ਉਹਦੀ ਸਿਸਟਰ ਨੂੰ ਵੀ ਡਿਟੇਨ ਕੀਤਾ ਹੋਇਆ। ਹੁਣ ਔਰਤਾਂ ਨੂੰ ਵੀ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ, ਤੇ ਔਰਤਾਂ ਦੇ ਫੋਨ ਲੈ ਕੇ ਚੰਡੀਗੜ੍ਹ ਭੇਜੇ ਜਾ ਰਹੇ ਨੇ। ਤੁਸੀਂ ਦੇਖੋ ਕਿਸ ਹੱਦ ਤੱਕ ਭਗਵੰਤ ਮਾਨ ਦੀ ਸਰਕਾਰ ਜਾ ਚੁੱਕੀ। ਸਰ, ਜਿਸ ਤਰ੍ਹਾਂ ਪਹਿਲੇ ਬੰਦੀ ਸਿੰਘ ਸਾਡੇ ਅਜੇ ਹੈਰਾਨੀ ਹੋਏ, ਤੇ ਹੋਰ ਸਾਡੇ ਸਿੰਘ ਜਿਹੜੇ ਫੜ ਲਏ ਗਏ। ਇਹ ਜੇ ਖਾਲਿਸਤਾਨ ਲੈਣਾ ਹੈ, ਆਜ਼ਾਦੀ ਲਈ ਲੜਨਾ, ਤੇ ਬੰਦੀ ਸਿੰਘ ਤਾਂ ਹੋਰ ਬਣਨਗੇ, ਹੋਰ ਬੰਦੀ ਬਣਨਗੇ। ਲੜਾਈ ਬਿਨਾਂ ਬੰਦੀ ਬਣਿਆ, ਬਿਨਾਂ ਕੁਰਬਾਨੀ ਦਿੱਤਿਆਂ ਕਦੀ ਜਿੱਤੀ ਨਹੀਂ ਜਾਂਦੀ। ਧੰਨਵਾਦ। ਇਸ ਨਾਲ ਗੱਲਬਾਤ ਕੀਤੀ, ਤੇ ਹੋਰ ਵੀ ਹੁਣ ਅੰਦਰ ਜੋ 1978 ਦੇ ਵਿੱਚ ਨਕਲੀ ਨਿਰੰਕਾਰੀਆਂ ਦੇ ਵੱਲੋਂ 13 ਸਿੰਘ ਸ਼ਹੀਦ ਕਰ ਦਿੱਤੇ ਗਏ ਸੀ, ਉਹਨਾਂ ਦੇ ਸਬੰਧ ਵਿੱਚ ਅਰਦਾਸ ਹੋਏਗੀ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਵਾਈ ਗਈ ਦਲ ਖਾਲਸਾ ਦੇ ਵੱਲੋਂ।